ਸਤਨਾਮ ਧੰਨ ਵਾਹਿਗੁਰੂ ਸਾਹਿਬ ਜੀ। ਜਿਸ ਮਹਿ ਅੰਮ੍ਰਿਤ ਗਿਆਨ ਹੈ, ਮਾਨਕ ਭਗਤ ਬਿਰਾਗ। ਧੰਨ ਗੁਰੂ ਗ੍ਰੰਥ ਸਾਹਿਬ ਉਦਦ, ਬੰਦੋ ਕਰ ਅਨੁਰਾਗ। ਸਤਨਾਮ ਧੰਨ ਵਾਹਿਗੁਰੂ ਸਾਹਿਬ ਜੀ। ਜਿਸ ਮਹਿ ਅੰਮ੍ਰਿਤ ਗਿਆਨ ਹੈ, ਮਾਨਕ ਭਗਤ ਬਿਰਾਗ। ਧੰਨ ਗੁਰੂ ਗ੍ਰੰਥ ਸਾਹਿਬ ਉਦਦ, ਬੰਦੋ ਕਰ ਅਨੁਰਾਗ। ਏਕੰਕਾਰਾ ਸਤਿਗੁਰੂ ਤਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ। ਵਿਘਨ ਵਿਨਾਸ਼ਨ ਸੋਏ। ਸਾਜੋ ਨਾ ਬਾਜੋ ਨਾ ਫੌਜੋ ਨਾ ਫਰਸ਼, ਖੁਦਾਵੰਦ ਬਖਸ਼ਿੰਦਹਿ ਐਸ ਅਰਸ਼। ਜੋ ਤੋ ਪ੍ਰੇਮ ਖੇਲਨ ਕਾ ਚਾਓ, ਸਿਰ ਧਰ ਤਲੀ ਗਲੀ ਮੇਰੀ ਆਓ। ਇਤ ਮਾਰਗ ਪੈਰ ਤਰੀਜੈ, ਸਿਰ ਦੀਜੈ ਕਾਨ ਨਾ ਕੀਜੈ। ਇਤ ਮਾਰਗ ਪੈਰ ਤਰੀਜੈ, ਸਿਰ ਦੀਜੈ ਕਾਨ ਨਾ ਕੀਜੈ। ਜੁਗੋ ਜੁਗ ਅਟਲ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਦੇ ਵਿੱਚ ਜੁਟ ਬੈਠੀ ਗੁਰੂ ਕੀ ਪਿਆਰੀ ਸਾਧ ਸੰਗਤ ਜੀ ਬੜੇ ਹੀ ਵੱਡਿਆਂ ਭਾਗਾਂ ਵਾਲੇ ਹਾਂ। ਗੁਰਦੁਆਰਾ ਸ੍ਰੀ ਗੁਰੂ ਨਾਨਕ ਦਰਬਾਰ ਵੈਸ਼ਾਲੀ ਨਗਰ ਸਤਿਗੁਰੂ ਦੇ ਚਰਨਾਂ ਵਿੱਚ ਜੁਟ ਬੈਠੇ ਹੋ। ਆਪ ਜੀ ਨੇ ਸਤਿਗੁਰੂ ਦੇ ਚਰਨਾਂ ਵਿੱਚ ਬੈਠ ਕਰਕੇ ਜੋ ਸ਼ਹੀਦੀ ਦਿਹਾੜਿਆਂ ਨੂੰ ਸਮਰਪਿਤ ਗੁਰਮਤਿ ਸਮਾਗਮਾਂ ਦੇ ਵਿੱਚ ਹਾਜ਼ਰੀਆਂ ਭਰੀਆਂ ਨੇ। ਦੀਵਾਨ ਦੇ ਆਰੰਭ ਦੇ ਵਿੱਚ ਆਪ ਜੀ ਨੇ
ਸੋਦਰ ਬਾਣੀ ਦਾ ਜਾਪ ਬੜੇ ਪਿਆਰ ਪ੍ਰੇਮ ਅਦਬ ਦੇ ਨਾਲ ਸਰਵਣ ਕੀਤਾ। ਭਾਈ ਹੀਰਾ ਸਿੰਘ ਜੀ ਦੇ ਪਾਸੋਂ ਆਪ ਜੀ ਨੇ ਸਤਿਗੁਰੂ ਦੀ ਪਾਵਨ ਬਾਣੀ ਦਾ ਕੀਰਤਨ ਸਰਵਣ ਕੀਤਾ। ਆਓ ਜਿੱਥੇ ਦੁਪਹਿਰ ਦੇ ਦੀਵਾਨਾਂ ਦੇ ਵਿੱਚ ਆਪਾਂ ਗੁਰ ਇਤਿਹਾਸ ਦੀ ਵਿਚਾਰ ਦੀ ਸਮਾਪਤੀ ਕੀਤੀ ਸੀ, ਉੱਥੋਂ ਲੜੀਵਾਰ ਜਿਹੜੀ ਕਥਾ ਅੱਗੇ ਆਰੰਭ ਕਰੀਏ। ਵਿਚਾਰਾਂ ਦੀ ਆਰੰਭਤਾ ਤੋਂ ਪਹਿਲਾਂ ਸਤਿਗੁਰੂ ਗੁਰਦੇਵ ਸੱਚੇ ਪਾਤਸ਼ਾਹ ਜੀ ਦੀ ਬਖਸ਼ੀ ਹੋਈ ਫਤਿਹ ਦੀ ਸਾਂਝ ਪਾਓ। ਸਤਿਗੁਰੂ ਦੇ ਚਰਨਾਂ ਦੇ ਵਿੱਚ ਸੀਸ ਝੁਕਾਓ, ਰਸਨਾ ਤੋਂ ਕਰੋ ਉਚਾਰਨ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ, ਆਪ ਦੇਖੋ ਉਹਨਾਂ ਦੇ ਸਪੁੱਤਰਾਂ ਦੀ ਯਾਦ ਦੇ ਅੰਦਰ ਸਤਿਗੁਰੂ ਦੇ ਚਰਨਾਂ ਦੇ ਵਿੱਚ ਜੁਟ ਬੈਠੇ ਹੋ ਕਿ ਇਹਨਾਂ ਦਿਨਾਂ ਦੇ ਵਿੱਚ ਗੁਰੂ ਦੇ ਲਾਲਾਂ ਨੇ ਆਪਣੇ ਤਨ ਦੇ ਉੱਪਰ ਤਸੀਹੇ ਵੀ ਸਹੇ ਨੇ। ਉਹਨਾਂ ਦੇਖੋ ਜੀ ਸਮਿਆਂ ਨੂੰ ਆਪਣੇ ਜੀਵਨ ਦੇ ਵਿੱਚ ਬਤੀਤ ਕੀਤਾ ਹੈ ਕਿ ਜਿਨ੍ਹਾਂ ਨੂੰ ਆਮ ਬੰਦਾ ਇੱਥੋਂ ਤੱਕ ਆਪਣੇ ਜੀਵਨ ਵਿੱਚ ਬਤੀਤ ਕਰੇਗਾ ਤੇ ਕੰਨਾਂ ਨੂੰ ਹੱਥ ਲਾ ਲੈਂਦਾ ਕਿ ਦੁੱਖਾਂ ਵਾਲੀ ਜ਼ਿੰਦਗੀ। ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇ ਲਾਲ ਨੇ ਜਿਨ੍ਹਾਂ ਨੇ ਦੇਖੋ ਆਪਣੇ ਤਨ ਦੇ ਉੱਪਰ ਤਸੀਹੇ ਝੱਲ ਲਏ ਨੇ, ਆਪਣੀ ਜੀਭਾ ਤੋਂ ਸੀ ਤੱਕ ਨਹੀਂ ਜਿਹੜਾ ਉਚਾਰਨ ਕੀਤਾ ਹੋਇਆ। ਆਪ ਜੀ ਨੇ ਦੁਪਹਿਰ ਦੇ ਦੀਵਾਨਾਂ ਦੇ ਵਿੱਚ ਦੇਖੋ ਜੀ ਇਤਿਹਾਸ ਸਰਵਣ ਕੀਤਾ ਸੀ, ਪ੍ਰਸੰਗ ਚੱਲ ਰਿਹਾ ਸੀ। ਆਨੰਦਪੁਰ ਦੇ ਕਿਲੇ ਨੂੰ ਛੱਡਣਾ, 6 ਪੋਹ ਨੂੰ ਦੇਖੋ ਜੀ ਜਦੋਂ ਸਤਿਗੁਰੂ ਜੀ ਨੇ ਆਨੰਦਪੁਰ ਦਾ ਕਿਲਾ ਸਿੱਖਾਂ ਦੀਆਂ ਬੇਨਤੀਆਂ ਨੂੰ ਪ੍ਰਵਾਨ ਕਰਕੇ ਦੇਖੋ ਛੱਡਿਆ ਤੇ ਸਰਸਾ ਨਦੀ ਨੂੰ ਪਾਰ ਕਰਦੇ ਨੇ 7 ਪੋਹ ਨੂੰ। ਇੱਥੇ 3 ਹਿੱਸਿਆਂ ਦੇ ਵਿੱਚ ਸਤਿਗੁਰੂ ਦਾ ਪਰਿਵਾਰ ਹੋ ਜਾਂਦਾ ਹੈ। ਅੱਗੇ ਦੇਖੋ ਜੀ 8 ਪੋਹ ਨੂੰ 3 ਹਿੱਸਿਆਂ ਦੇ ਵਿੱਚ ਜਿਹੜਾ ਇੱਥੋਂ ਤੱਕ ਪਰਿਵਾਰ ਹੋਇਆ ਹੈ। ਜਿਵੇਂ ਜਿਵੇਂ ਅੱਗੇ ਦੇਖੋ ਜੀ ਜੀਵਨ ਦੀਆਂ ਘੜੀਆਂ ਵਿਚਰਦੀਆਂ ਗਈਆਂ, ਹੁਣ ਉਹੀ ਸਮਾਂ ਕਿਤੇ ਨਾ ਕਿਤੇ ਸਾਡੇ ਜੀਵਨ ਵਿੱਚ ਝਲਕਾਂ ਅਦਾ ਕਰਦਾ ਹੈ ਕਿ ਸਤਿਗੁਰੂ ਆਪ ਜੀ ਦੇ ਲਾਲ ਦੇਖੋ ਵੱਡੇ ਤੁਹਾਡੇ ਨਾਲ ਸੀ, ਚਮਕੌਰ ਦੀ ਗੜੀ ਦੇ ਵਿੱਚ ਆਏ। ਮਾਤਾ ਗੁਜਰ ਕੌਰ ਜੀ 2 ਲਾਲ ਕੁੰਬੇ ਮਾਸ਼ਕੀ ਦੇ ਘਰ ਆ ਗਏ ਨੇ ਤੇ 2 ਮਹਿਲ ਗੁਰੂ ਜੀ ਦੇ ਤੇ ਭਾਈ ਮਣੀ ਸਿੰਘ ਜੀ ਦਿੱਲੀ ਦੀ ਧਰਤੀ ਤੇ ਆ ਗਏ। ਤੇ ਜਿਹੜੇ ਨਾਲ ਦੇਖੋ ਸਿੱਖ ਸੀ ਉਹ ਵੀ ਸਤਿਗੁਰੂ ਦੇ ਨਾਲ ਨੇ ਕੱਚੀ ਗੜੀ ਦੇ ਵਿੱਚ। ਸੋ ਮੈਂ ਇਹ ਦੀਵਾਨ ਦੇ ਵਿੱਚ ਜ਼ਿਕਰ ਕੀਤਾ ਸੀ ਕਿ ਸਤਿਗੁਰੂ ਦੇਖੋ ਜੀ ਉੱਥੇ ਸ਼ਾਮ ਦਾ ਦੀਵਾਨ ਸਜਾਉਂਦੇ ਨੇ, ਸੋਦਰ ਬਾਣੀ ਦਾ ਜਾਪ ਕੀਤਾ। ਇੱਥੋਂ ਲੜੀ ਆਰੰਭ ਕਰੀਏ ਆਪਾਂ। ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਉਸ ਪਰਮਾਤਮਾ ਦੇ ਭੈ ਨੂੰ ਤੱਕਦੇ ਹੋਏ ਆਪਣੇ ਜੀਵਨ ਦੇ ਵਿੱਚ ਹੁਣ ਦੇਖੋ ਇੱਕ ਰੂਹਾਨੀਅਤ ਅਦਾ ਕਰਦੇ ਨੇ। ਉਹ ਕਿਸ ਪ੍ਰਕਾਰ ਦੀ? ਸਤਿਗੁਰੂ ਨੇ ਇਹ ਗੱਲ ਦੇਖੋ ਆਪਣੇ ਸਿੱਖਾਂ ਨੂੰ ਸਿਖਾ ਦਿੱਤੀ ਹੈ ਕਿ ਭਾਣੇ ਵਿੱਚ ਕਿਵੇਂ ਰਹਿਣਾ ਚਾਹੀਦਾ। ਹੁਣ ਦੇਖਿਓ ਨਾਲ ਦੀ ਨਾਲ ਕਿ ਇਹ ਜੀਵਨ ਵਿੱਚ ਭਾਣਾ ਇੱਥੋਂ ਤੱਕ ਕਿਸ ਤਰ੍ਹਾਂ ਸਿੱਖਾਂ ਨੇ ਬਤੀਤ ਕੀਤਾ ਹੈ ਤੇ ਗੁਰੂ ਨੇ ਇੱਥੋਂ ਤੱਕ ਆਪਣਾ ਜੀਵਨ ਭਾਣੇ ਵਿੱਚ ਕਿਵੇਂ ਬਤੀਤ ਕੀਤਾ ਹੈ। ਨਾਲ ਆਪਣੇ ਪੁੱਤਰਾਂ ਨੂੰ ਇਹ ਗੱਲ ਸਿਖਾ ਦਿੱਤੀ ਕਿ ਜੀਵਨ ਭਾਣੇ ਵਿੱਚ ਕਿਵੇਂ ਬਤੀਤ ਕਰਨਾ। ਸ਼ਾਮ ਦਾ ਇੱਥੋਂ ਤੱਕ ਸਮਾਂ ਹੈ, ਸੋਦਰ ਬਾਣੀ ਦਾ ਜਾਪ ਕੀਤਾ, ਅਕਾਲ ਪੁਰਖ ਦੇ ਚਰਨਾਂ ਵਿੱਚ ਅਰਦਾਸ ਕੀਤੀ। ਇਹ ਗੱਲ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਆਪਣੇ ਸਿੱਖਾਂ ਨੂੰ ਸਿਖਾ ਦਿੱਤੀ ਹੈ ਕਿ ਸਿੱਖੋ ਦੁੱਖ ਇੱਥੋਂ ਤੱਕ ਜ਼ਿੰਦਗੀ ਵਿੱਚ ਭਾਵੇਂ ਕਿੰਨਾ ਵੀ ਵੱਡਾ ਆ ਜਾਵੇ ਪਰ ਸਤਿਗੁਰੂ ਦਾ ਸਿੱਖ, ਗੁਰੂ ਨਾਨਕ ਦੇ ਘਰ ਦਾ ਸਿੱਖ ਕਦੀ ਬਾਣੀ ਪੜ੍ਹਨੀ ਨਾ ਛੱਡ ਦੇਵੇ। ਹੁਣ ਤੱਕਿਓ ਕਿਤੇ ਸਮਾਂ, ਇੱਕ ਪਾਸੇ ਸਿੱਖਾਂ ਨੂੰ ਇਹ ਗੱਲ ਦੇ ਬਾਰੇ ਪਤਾ ਹੈ ਕਿ ਪਤਾ ਨਹੀਂ ਕਿਹੜੇ ਵੇਲੇ ਇੱਥੋਂ ਤੱਕ ਆ ਕੇ ਤੁਰਕ ਜਿਹੜੇ ਸਾਡੇ ਤੇ ਚੜ੍ਹਾਈ ਕਰ ਸਕਦੇ ਨੇ, ਇਹ ਮੁਗਲ ਹਕੂਮਤ ਜਿਹੜੀ ਹੈ ਸਾਡੇ ਤੇ ਚੜ੍ਹਾਈ ਕਰ ਸਕਦੀ ਹੈ। ਤੇ ਸਤਿਗੁਰੂ ਜੀ ਦੇਖੋ ਬਾਣੀ ਦਾ ਜਾਪ ਕਰ ਰਹੇ ਨੇ, ਦੀਵਾਨ ਸੱਜਿਆ, ਸਮਾਪਤੀ ਹੋਈ ਤੇ ਹੁਣ ਦੇਖੋ ਵਿਸ਼ਰਾਮ ਕਰਨ ਦਾ ਸਮਾਂ ਹੈ ਨਾ। ਰਾਤ ਪਈ ਜਦੋਂ ਕੱਚੀ ਗੜੀ ਦੇ ਵਿੱਚ ਸਤਿਗੁਰੂ ਜੀ ਜਦੋਂ ਵਸੇਬਾ ਕੀਤਾ ਹੋਇਆ ਹੈ।
ਤੇ ਉੱਥੇ ਦੇਖੋ ਜੀ ਸਤਿਗੁਰੂ ਦੇ ਵਾਸਤੇ ਨਾ ਭਾਈ ਦਇਆ ਸਿੰਘ ਜੀ ਨੇ ਇਹ ਵਿਉਂਤ ਬਣਾਈ, ਸਿੱਖਾਂ ਨੂੰ ਆਖਿਆ ਕਿ ਆਪਾਂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇ ਵਾਸਤੇ ਬਿਸਤਰਾ ਤਿਆਰ ਕਰਨਾ। ਹੁਣ ਉਸ ਸਮੇਂ ਤੇ ਨਾ ਕੋਈ ਕੰਬਲ ਹੈ, ਕੋਈ ਚਾਦਰ ਨਹੀਂ ਗੀ ਉਹਨਾਂ ਦੇ ਕੋਲ। ਭਾਈ ਦਇਆ ਸਿੰਘ ਜੀ ਕਹਿਣ ਲੱਗੇ, ਦਾਤਾ ਸਾਨੂੰ ਤਨ ਤੋਂ ਇੱਥੋਂ ਤੱਕ ਬਸਤਰ ਭਾਵੇਂ ਉਤਾਰਨੇ ਵੀ ਪੈਣ, ਪਰ ਤੇਰਾ ਅਦਬ ਸਤਿਕਾਰ ਅਸੀਂ ਇਹਨਾਂ ਕੋ ਕਰਨਾ ਹੈ। ਤੂੰ ਸਿਖਾਇਆ ਭਾਣੇ ਵਿੱਚ ਕਿਵੇਂ ਰਹਿਣਾ ਹੈ, ਪਰ ਤੇਰੇ ਵਾਸਤੇ ਵਿਸ਼ਰਾਮ ਵਾਲਾ ਬਿਸਤਰਾ ਅਸੀਂ ਤਿਆਰ ਜ਼ਰੂਰ ਕਰਾਂਗੇ। ਕਹਿਣ ਲੱਗੇ, ਦੇਖੋ ਕਮਰ ਕੱਸੇ ਜਿਹੜੇ ਸੀ ਨਾ ਸਿੱਖਾਂ ਨੇ ਵਿਛਾ ਦਿੱਤੇ, ਤੇ ਸਤਿਗੁਰੂ ਦਾ ਵਿਸ਼ਰਾਮ ਵਾਸਤੇ ਜਿਹੜਾ ਬਿਸਤਰਾ ਤਿਆਰ ਕੀਤਾ ਬਾਬਾ ਅਜੀਤ ਸਿੰਘ ਜੀ ਤੇ ਬਾਬਾ ਜੁਝਾਰ ਸਿੰਘ ਜੀ ਦੇ ਵਾਸਤੇ ਵੀ ਦੇਖੋ ਜੀ ਵਿਛਾ ਦਿੱਤਾ ਹੈ। ਸਤਿਗੁਰੂ ਦੇ ਸਿੱਖ ਦੇਖੋ ਦੋ ਆਏ ਨੇ, ਉੱਠ ਕੇ ਕਹਿਣ ਲੱਗੇ ਕਿ ਦਾਤਾ ਕੁਝ ਨਹੀਂ ਮੰਗਿਆ ਤੇਰੇ ਕੋਲ, ਅੱਜ ਇੱਕ ਬੇਨਤੀ ਹੈ। ਪਾਤਸ਼ਾਹ ਕਹਿਣ ਲੱਗੇ, ਸਿੱਖੋ ਕੀ ਬੇਨਤੀ ਹੈ? ਭਾਈ ਮਦਨ ਸਿੰਘ ਜੀ ਹੈ ਉਹ ਸਿੱਖ ਦਾ ਨਾਮ, ਉਹਨਾਂ ਦੇ ਭਰਾ ਨੇ ਭਾਈ ਕਾਠਾ ਸਿੰਘ ਜੀ। ਇਤਿਹਾਸ ਵਿੱਚ ਜ਼ਿਆਦਾਤਰ ਕਈ ਭਾਈ ਕੋਠਾ ਸਿੰਘ ਕਹਿ ਕੇ ਵੀ ਪੁਕਾਰਦੇ ਨੇ, ਪਰ ਤੱਤ ਜ਼ਿਆਦਾ ਭਾਈ ਕਾਠਾ ਸਿੰਘ ਜੀ ਕਰਕੇ ਆਉਂਦੇ। ਹੁਣ ਦੇਖੋ ਭਾਈ ਮਦਨ ਸਿੰਘ ਜੀ ਕਹਿਣ ਲੱਗੇ, ਦਾਤਾ ਅਸੀਂ ਰਾਤ ਨੂੰ ਪਹਿਰਾ ਦੇਵਾਂਗੇ, ਤੁਸੀਂ ਵਿਸ਼ਰਾਮ ਕਰੋ। ਸਿੱਖ ਵੀ ਵਿਸ਼ਰਾਮ ਕਰਨਗੇ। ਇੰਨਾ ਬਰਫੀਲੀ ਰਾਤਾਂ ਦੇ ਵਿੱਚੋਂ ਦੀ ਸਮਾਂ ਬਤੀਤ ਕੀਤਾ ਹੋਇਆ ਹੈ ਤੁਸੀਂ। ਸਤਿਗੁਰੂ ਇੰਨਾ ਭਾਣਾ ਮੰਨਣ ਦਾ ਬਲ ਸਿਖਾ ਦਿੱਤਾ ਹੈ। ਕਿਰਪਾ ਕਰਿਓ ਜੇ ਮੇਰੇ ਪਾਤਸ਼ਾਹ ਇਸ ਬੇਨਤੀ ਨੂੰ ਪ੍ਰਵਾਨ ਕਰ ਲਿਓ। ਅੱਜ ਤੁਸੀਂ ਵਿਸ਼ਰਾਮ ਕਰੋਗੇ, ਤੁਹਾਡੇ ਸਿੱਖ ਵਿਸ਼ਰਾਮ ਕਰਨਗੇ, ਅਸੀਂ ਆਪੇ ਦੋਵੇਂ ਭਰਾ ਦੇਖੋ ਜੀ ਗੇਟ ਮੂਹਰੇ ਖੜ ਕੇ ਪਹਿਰਾ ਦੇਵਾਂਗੇ। ਸਤਿਗੁਰੂ ਆ ਤਾਂ ਸੇਵਾ ਬਖਸ਼ੋ। ਸਤਿਗੁਰੂ ਨੇ ਦੋਵੇਂ ਹੱਥਾਂ ਜੁੜਿਆਂ ਦੀ ਲਾਜ ਰੱਖ ਲਈ। ਕਹਿਣ ਲੱਗੇ, ਦੋਵਾਂ ਭਰਾਵਾਂ ਨੂੰ ਮਾਣ ਦਿੱਤਾ। ਕਹਿਣ ਲੱਗੇ, ਸਿੱਖੋ ਇਹ ਬੇਨਤੀ ਤੁਹਾਡੀ ਪ੍ਰਵਾਨ ਕਰ ਲਈ। ਦੋਵੇਂ ਸਿੱਖ ਦੇਖੋ ਜੀ ਪਹਿਰਾ ਦਿੰਦੇ ਨੇ ਰਾਤ ਨੂੰ। ਸਤਿਗੁਰੂ ਜੀ ਪਏ ਨੇ ਵਿਸ਼ਰਾਮ ਕਰਨ ਲੱਗੇ। ਸਿੱਖਾਂ ਨੇ ਘੋੜਿਆਂ ਦੀਆਂ ਕਾਠੀਆਂ ਲਾਹ ਲਈਆਂ ਤੇ ਉਹ ਜਿਹੜਾ ਕੱਪੜਾ ਥੱਲੇ ਵਿਛਾਈਦਾ ਉਹ ਲਾਹ ਲਿਆ। ਵਿਛਾ ਕੇ ਦੇਖੋ ਉਹਦਾ ਹੀ ਬਿਸਤਰਾ ਤੇ ਕਾਠੀਆਂ ਰੱਖ ਕੇ ਸਰਾਣਾ ਬਣਾਇਆ ਤੇ ਆਪ ਵਿਸ਼ਰਾਮ ਕਰਨ ਲੱਗੇ। ਸਤਿਗੁਰੂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਵਿਸ਼ਰਾਮ ਕਰ ਰਹੇ ਨੇ ਤੇ ਲਾਗੇ ਦੇਖੋ ਉਹਨਾਂ ਦੇ ਪੁੱਤਰ ਵੀ ਵਿਸ਼ਰਾਮ ਕਰ ਰਹੇ। ਤੇ ਜਦੋਂ ਰਾਤ ਦਾ ਸਮਾਂ ਹੋਇਆ, ਸਤਿਗੁਰੂ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਉੱਠੇ। ਮੈਂ ਇਹ ਦੁਪਹਿਰ ਦੇ ਦੀਵਾਨ ਦੇ ਵਿੱਚ ਵੀ ਜ਼ਿਕਰ ਕੀਤਾ ਸੀ ਨਾ ਕਿ ਅੰਦਰ ਧੁਰ ਰਸਨਾ ਵਿੱਚ ਵਾਹਿਗੁਰੂ ਵਾਹਿਗੁਰੂ ਦਾ ਜਾਪ ਕਰਨ ਲੱਗੇ ਉੱਠ ਕੇ ਮੱਧਮ ਆਵਾਜ਼ ਦੇ ਵਿੱਚ। ਲਾਗੇ ਸਿੱਖ ਸੁੱਤੇ ਸੀ ਨਾ, ਇਹ ਵੀ ਚਿੰਤਾ ਸੀ ਕਿ ਸਿੱਖ ਖੜੇ ਨਾ ਹੋ ਜਾਣ, ਵਿਸ਼ਰਾਮ ਕਰਨ, ਥੱਕੇ ਟੁੱਟੇ ਨੇ ਮੇਰੇ ਸਿੱਖ। ਉੱਠੇ ਕਹਿਣ ਲੱਗੇ, ਸਤਿਗੁਰੂ ਬਾਹਰ ਆਏ ਨੇ ਗੜੀ ਤੇ, ਅਸਮਾਨ ਨੂੰ ਤੱਕਦੇ ਨੇ, ਅਰਦਾਸ ਕੀਤੀ, ਅਕਾਲ ਪੁਰਖ ਦਾਤਾ ਮੈਨੂੰ ਤੂੰ ਪੁੱਤਰ ਦਿੱਤੇ ਨੇ, ਕਿਤੇ ਚਾਰ ਮੇਰੀ ਇੱਥੋਂ ਤੱਕ ਗੋਚ ਹੀ, ਅੱਜ ਮੇਰੇ ਕੋਲ ਦੋ ਪੁੱਤਰ ਨੇ, ਦੋ ਪਤਾ ਨਹੀਂ ਕਿੱਥੇ, ਮੇਰੀ ਬਜ਼ੁਰਗ ਮਾਤਾ ਪਤਾ ਨਹੀਂ ਕਿੱਥੇ ਹੈ, ਕਿੱਥੇ ਪਤਾ ਨਹੀਂ ਬਜ਼ੁਰਗ ਮਾਤਾ ਦਾ ਬਸੇਬਾ, ਕੁਝ ਨਹੀਂ ਗਾ ਪਤਾ, ਪਰ ਤੂੰ ਭਾਣਾ ਮੰਨਣ ਦਾ ਬਲ ਦੇਵੀਂ। ਇਸ ਥਾਂ ਤੇ ਇਹ ਪੁੱਤਰ ਜਿਹੜੇ ਮੇਰੇ ਕੋਲ ਅੱਜ ਨੇ ਇਹ ਵੀ ਨਹੀਂ ਗੇ ਰਹਿਣੇ ਸਵੇਰ ਦੇ ਸਮੇਂ, ਤੇ ਇਹ ਮੇਰਾ ਦਿਲ ਕਿਤੇ ਹਾਏ ਤੱਕ ਨਾ ਕਰੇ, ਭਾਣਾ ਮੰਨਣ ਦਾ ਬਲ ਦੇਵੀਂ। ਹੁਣ ਦੇਖੋ ਕਿ ਪਿਤਾ ਦੀ ਸ਼ਹਾਦਤ ਹੋਈ ਹੈ। ਜਦੋਂ ਸੀਸ ਦੇ ਦੀਦਾਰ ਕੀਤੇ ਸੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ, ਕਾਲ ਪੁਰਖ ਨੂੰ ਯਾਦ ਕੀਤਾ, ਦਾਤਾ ਉਦੋਂ ਸੀ ਤੱਕ ਨਹੀਂ ਨਿਕਲਣ ਦਿੱਤੀ, ਤੂੰ ਭਾਣਾ ਮੰਨਣ ਦਾ ਬਲ ਦਿੱਤਾ। ਪਰਿਵਾਰ ਦਾ ਵਿਛੋੜਾ ਹੋਇਆ, ਸਰਸਾ ਨਦੀ ਦੇ ਇੱਥੋਂ ਤੱਕ ਚੰਦਰੇ ਪਾਣੀ ਨੇ ਪਰਿਵਾਰ ਖੇਰੂ ਖੇਰੂ ਕਰ ਦਿੱਤਾ, ਉਦੋਂ ਭਾਣਾ ਮੰਨਣ ਦਾ ਬਲ ਦਿੱਤਾ। ਦੋ ਮੇਰੇ ਜਿਗਰ ਦੇ ਟੋਟੇ ਇੱਥੋਂ ਤੱਕ ਅੱਖਾਂ ਸਾਹਮਣੇ ਨਹੀਂ, ਇੱਥੋਂ ਤੱਕ ਭਾਣਾ ਮੰਨਿਆ, ਬਜ਼ੁਰਗ ਮਾਤਾ ਅੱਖਾਂ ਸਾਹਮਣੇ ਨਹੀਂ, ਪਤਾ ਨਹੀਂ ਕਿੱਥੇ ਬਸੇਬਾ, ਭਾਣਾ ਮੰਨਣ ਦਾ ਬਲ ਦਿੱਤਾ। ਸਵੇਰੇ ਆ ਦੋ ਜਿਹੜੇ ਮੇਰੇ ਕੋਲ ਨੇ ਪੁੱਤਰ, ਇਹ ਵੀ ਸ਼ਹੀਦ ਹੋ ਜਾਣੇ ਨੇ, ਤੇ ਇਹ ਵੀ ਭਾਣਾ ਮੰਨਣ ਦਾ ਬਲ ਦੇਵੀਂ। ਗੁਰੂ ਨੂੰ ਪਤਾ ਸੀ। ਹੁਣ ਦੇਖੋ ਭਾਈ ਮਦਨ ਸਿੰਘ ਪਹਿਰਾ ਦੇ ਰਹੇ ਨੇ, ਭਾਈ ਕਾਠਾ ਸਿੰਘ ਜੀ ਦੋਵੇਂ ਭਰਾ ਚੱਲ ਕੇ ਆਏ, ਕਹਿਣ ਲੱਗੇ ਦਾਤਾ ਜੀ ਬੇਨਤੀ ਹੈ। ਕਹਿਣ ਲੱਗੇ ਪਾਤਸ਼ਾਹ ਦੱਸੋ। ਕਹਿਣ ਲੱਗੇ ਦਾਤਾ ਬੇਨਤੀ ਕੀਤੀ ਸੀ ਤੁਸੀਂ ਵਿਸ਼ਰਾਮ ਕਰੋ, ਅਸੀਂ ਪਹਿਰਾ ਦੇਣਾ ਹੈ। ਸਤਿਗੁਰੂ ਜੀ ਦੇਖੋ ਭਾਈ ਮਦਨ ਸਿੰਘ ਦੇ ਮੋਢੇ ਤੇ ਹੱਥ ਰੱਖ ਕੇ ਅੱਗੇ ਕਰਕੇ ਕਹਿਣ ਲੱਗੇ, ਭਾਗਾਂ ਵਾਲੇ ਪੁਰਖਾ ਅੱਜ ਬੇਨਤੀ ਨੂੰ ਮੋੜੀ ਨਾ, ਇਹਨੂੰ ਚਾਹੇ ਹੁਕਮ ਮੰਨ ਲੈ ਚਾਹੇ ਬੇਨਤੀ ਮੰਨ ਲੈ। ਕਹਿਣ ਲੱਗੇ ਤੁਸੀਂ ਵਿਸ਼ਰਾਮ ਕਰੋਗੇ, ਅਸੀਂ ਪਹਿਰਾ ਦੇਵਾਂਗੇ। ਕਹਿਣ ਲੱਗੇ ਸਤਿਗੁਰੂ, ਕਹਿਣ ਲੱਗੇ ਮੈਂ ਆਪ ਖੁਦ ਇਹ ਸੇਵਾ ਨਿਭਾਉਣੀ ਚਾਹੁੰਦਾ, ਤੁਸੀਂ ਥੱਕੇ ਟੁੱਟੇ ਹੋ, ਕਿੰਨੇ ਇੱਥੋਂ ਤੱਕ ਰਾਤਾਂ ਤੁਸੀਂ ਵੀ ਜਾਗੇ ਹੋ, ਤੁਸੀਂ ਵੀ ਜਾ ਕੇ ਥੋੜਾ ਜਿਹਾ ਵਿਸ਼ਰਾਮ ਕਰ ਲਓ। ਸਤਿਗੁਰੂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਚੋਜੀ ਪ੍ਰੀਤਮ ਸੱਚੀ ਸਰਕਾਰ ਦੇਖੋ ਰਾਤ ਨੂੰ ਜਾਗਦੇ ਨੇ। ਭਾਈ ਮਦਨ ਸਿੰਘ ਜੀ ਭਾਈ ਕਾਠਾ ਸਿੰਘ ਜੀ ਜਾ ਕੇ ਦੇਖੋ ਜੀ ਵਿਸ਼ਰਾਮ ਕਰਨ ਲੱਗ ਪਏ।
ਜਦੋਂ ਦੇਖੋ ਸਾਰੇ ਸਿੱਖ ਸੁੱਤੇ ਪਏ ਨੇ, ਬਾਬਾ ਅਜੀਤ ਸਿੰਘ ਜੀ, ਬਾਬਾ ਜੁਝਾਰ ਸਿੰਘ ਜੀ ਦੇਖੋ ਗੜੀ ਦੇ ਅੰਦਰ ਸੁੱਤੇ ਪਏ ਨੇ ਨਾ, ਤੇ ਸਤਿਗੁਰੂ ਨੇ ਦੇਖੋ ਗੜੀ ਦੇ ਅੰਦਰ ਆਉਂਦਿਆਂ ਤੱਕਿਆ ਪਹਿਲਾਂ ਆਪਣੇ ਲਾਲਾਂ ਨੂੰ, ਸਿੱਖਾਂ ਨੂੰ ਤੱਕਦੇ ਨੇ ਸਤਿਗੁਰੂ ਜੀ, ਤੇ ਆਪਣੇ ਲਾਲਾਂ ਵੱਲ ਵੇਖ ਕੇ ਕਹਿੰਦੇ ਨੇ, ਪੁੱਤਰੋ ਆ ਅੱਖਾਂ ਦੇ ਤਾਰੇ ਜੇ ਤੁਸੀਂ ਸਵੇਰੇ ਤੁਸੀਂ ਪਤਾ ਨਹੀਂ ਮੇਰੇ ਤੋਂ ਵਿਛੜ ਜਾਣਾ ਹੈ। ਬਾਬਾ ਅਜੀਤ ਸਿੰਘ ਜੀ ਦੇ ਚਿਹਰੇ ਨੂੰ ਤੱਕਦੇ, ਬਾਬਾ ਜੁਝਾਰ ਸਿੰਘ ਜੀ ਦੇ ਚਿਹਰੇ ਨੂੰ ਤੱਕਦੇ ਵਿਸ਼ਰਾਮ ਕਰ ਰਹੇ ਨੇ, ਨੀਂਦ ਦੇ ਵਿੱਚ ਸੁੱਤੇ ਹੋਏ ਨੇ। ਤੇ ਜਦੋਂ ਸਿੱਖਾਂ ਦੇ ਵੱਲ ਆਏ ਨਾ, ਭਾਈ ਦਇਆ ਸਿੰਘ ਜੀ ਵੱਲ ਤੱਕਿਆ, ਕਹਿਣ ਲੱਗੇ ਕੈਸੀ ਰੂਹਾਨੀਅਤ ਹੈ, ਜੀਭਾ ਤੋਂ ਬੋਲ ਬੋਲਦਾ ਹੈ ਨਾ, ਦਿਲ ਜਿੱਤ ਲੈਂਦਾ ਹੈ ਜਦੋਂ ਵੀ ਬਚਨ ਬੋਲਦਾ ਹੈ। ਆਪਣੇ ਸਾਰੇ ਸਿੱਖਾਂ ਦੇ ਵੱਲ ਤੱਕਿਆ ਹੈ ਜਦੋਂ। ਹੁਣ ਦੇਖੋ ਜੀ, ਸਿੱਖਾਂ ਦੀਆਂ ਜਿਹੜੀਆਂ ਦਸਤਾਰਾਂ ਸੀ ਨਾ, ਅਸੀਂ ਦਸਤਾਰ ਦੇ ਥੱਲੇ ਕੇਸਕੀ ਸਜਾਉਣੇ ਆ ਨਾ, ਕੇਸਕੀਆਂ ਢਿੱਲੀਆਂ ਹੋਈਆਂ ਸੀ। ਕਵੀ ਗੱਲ ਲਿਖਦੇ ਨੇ, ਕਹਿੰਦੇ ਨੇ ਕਿ ਸਿੱਖਾਂ ਦੇ ਦੇਖੋ ਕੇਸ ਵੀ ਜਿਹੜੇ ਖੁੱਲੇ ਨੇ, ਕਿਉਂ ਥੱਕੇ ਪਏ ਸੀ। ਹੁਣ ਅਸੀਂ ਦੇਖੋ ਕਿਤੇ ਨਾ ਕਿਤੇ ਸਫ਼ਰ ਕੀਤਾ ਹੋਵੇ ਨਾ, ਥੋੜਾ ਲੰਮੇਰਾ ਸਫ਼ਰ ਹੋਵੇ, ਤੇ ਅਸੀਂ ਕਹਿੰਦੇ ਆ ਭਾਈ ਥੱਕੇ ਆ, ਸਾਨੂੰ ਪਤਾ ਨਹੀਂ ਗਾ ਲੱਗਦਾ। ਬੰਦਾ ਸੁੱਤਾ ਹੋਵੇ, ਕੁਝ ਕਿਸੇ ਨੂੰ ਪਤਾ ਨਹੀਂ ਲੱਗਦਾ। ਗੁਰੂ ਦੇ ਦੇਖੋ ਜੀ 40 ਸਿੱਖ ਜਿਹੜੇ ਅੰਦਰ ਵਿਸ਼ਰਾਮ ਕਰ ਰਹੇ ਸੀ, ਸੁੱਤੇ ਨੇ ਗੂੜੀ ਨੀਂਦ ਦੇ ਵਿੱਚ, ਕੇਸ ਖੁੱਲੇ ਹੋਏ ਨੇ। ਸਤਿਗੁਰੂ ਜੀ ਅੱਗੇ ਵਧਦੇ ਨੇ, ਕੇਸਾਂ ਨੂੰ ਦੇਖੋ ਜਿਵੇਂ ਮਾਂ ਪੁੱਤਰ ਦੇ ਕੇਸ ਇੱਥੋਂ ਤੱਕ ਜੂੜਾ ਕਰਦੀ, ਉਸੇ ਤਰ੍ਹਾਂ ਦੇਖੋ ਜੀ ਜੂੜਾ ਆਪ ਖੁਦ ਕਰ ਰਹੇ ਨੇ ਸਤਿਗੁਰੂ, ਕੇਸਾਂ ਨੂੰ ਇਕੱਠਿਆਂ ਕਰਕੇ, ਕੇਸਾਂ ਨੂੰ ਝਾੜਦੇ ਨੇ। ਫਿਰ ਸਿਰ ਤੇ ਕੇਸ ਕੀ ਸਜਾਉਂਦੇ ਨੇ ਆਪਣੇ ਸਿੱਖਾਂ ਦੇ, ਸਤਿਗੁਰੂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ। ਜਦੋਂ ਦੇਖੋ ਜੀ ਸਜਾਏ ਨਾ, ਤੇ ਫਿਰ ਹੱਥਾਂ ਤੇ ਨਿਗਾਹ ਪਈ ਹੈ ਸਤਿਗੁਰੂ ਦੀ, ਸਿੱਖਾਂ ਦੇ ਹੱਥਾਂ ਤੇ। ਹੁਣ ਦੇਖੋ ਜਦੋਂ ਸਰਸਾ ਨੂੰ ਪਾਰ ਕੀਤਾ ਸੀ, ਦੇਖੋ ਉੱਥੇ ਦੀਵਾਨ ਸਜਾਇਆ ਸੀ ਨਾ ਜਿਹੜਾ, ਤੇ ਦੀਵਾਨ ਦੇ ਵਿੱਚ ਕੋਈ ਰੁਕਾਵਟ ਨਾ ਪਵੇ, ਸਿੱਖਾਂ ਨੇ ਦੇਖੋ ਜੀ ਡਟ ਕੇ ਮੁਕਾਬਲਾ ਕੀਤਾ ਸੀ। ਰਸਤੇ ਵਿੱਚ ਆਉਂਦਿਆਂ ਹੱਥਾਂ ਦੇ ਵਿੱਚ ਜਿਹੜੇ ਛਾਲੇ ਪਏ ਨੇ ਨਾ, ਤਲਵਾਰਾਂ ਫੜਨੀਆਂ ਕੋਈ ਸੌਖੀ ਨਹੀਂ ਗੱਲ। ਜਦੋਂ ਆ ਖੇਤੀਬਾੜੀ ਦਾ ਕੰਮ ਕਰਨਾ ਪਵੇ ਨਾ, ਜਦੋਂ ਅਸੀਂ ਕਹਿੰਦੇ ਥਾਂ ਗੋਡਣਾ ਪਵੇ, ਤੇ ਉਦੋਂ ਹੱਥ ਜਿਹੜੇ ਨਰਮ ਨਹੀਂ ਰਹਿੰਦੇ, ਉਦੋਂ ਦੇਖੋ ਮਿਹਨਤ ਦਾ ਮੁੱਲ ਹੱਥਾਂ ਤੋਂ ਪਤਾ ਲੱਗਦਾ। ਗੁਰੂ ਦੇ ਲਾਲਾਂ ਦੇ ਹੱਥਾਂ ਤੇ ਛਾਲੇ ਪਏ ਨੇ, ਸਤਿਗੁਰੂ ਹੱਥਾਂ ਵੱਲ ਤੱਕਦੇ ਨੇ, ਹੱਥਾਂ ਨੂੰ ਆਪਣੇ ਦੇਖੋ ਜੀ ਬੁੱਲਾਂ ਦੇ ਨਾਲ ਚੁੰਮਦੇ ਨੇ ਸਿੱਖਾਂ ਦੇ ਹੱਥ। ਪੈਰਾਂ ਵੱਲ ਨਿਗਾਹ ਪਈ ਹੈ, ਰਸਤੇ ਵਿੱਚ ਆਉਂਦੇ ਨੇ, ਪੈਰਾਂ ਵਿੱਚ ਕੰਡੇ ਨੇ, ਦੇਖੋ ਜੀ ਕਈ ਪੈਰਾਂ ਦੇ ਵਿੱਚ ਲਹੂ ਜਿਹੜਾ ਵਗ ਰਿਹਾ ਹੈ, ਜ਼ਖਮ ਬਣੇ ਹੋਏ ਸੀ। ਸਤਿਗੁਰੂ ਦਾ ਦਿਲ ਇੱਥੋਂ ਤੱਕ ਕੀਤਾ, ਜੇ ਰਿਹਾ ਨਹੀਂ ਗਿਆ ਸਤਿਗੁਰੂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇ ਕੋਲੋਂ, ਤੇ ਸਿੱਖਾਂ ਦੇ ਪੈਰ ਵੀ ਸਤਿਗੁਰੂ ਨੇ ਆਪ ਚੁੰਮੇ ਨੇ। ਕਹਿਣ ਲੱਗੇ ਮੇਰੇ ਪਿਆਰੇ ਦੁਲਾਰੇ ਸਿੱਖੋ, ਮੇਰੇ ਪੁੱਤਰੋ, ਤੁਹਾਡੀ ਇੱਥੋਂ ਤੱਕ ਕੁਰਬਾਨੀ ਆਉਂਦੀ ਦੁਨੀਆ ਇੱਥੋਂ ਤੱਕ ਯਾਦ ਰੱਖਿਆ ਕਰੇਗੀ। ਜਦੋਂ ਪੈਰ ਚੁੰਮੇ ਨਹੀਂ, ਫਿਰ ਮਸਤਕ ਚੁੰਮਦੇ ਨੇ ਸਤਿਗੁਰੂ ਸਾਰਿਆਂ ਦੇ। ਕਹਿਣ ਲੱਗੇ ਤੁਸੀਂ ਇੱਥੋਂ ਤੱਕ ਸਵੇਰ ਦੇ ਇੱਥੋਂ ਤੱਕ ਮੈਦਾਨ ਦੇ ਵਿੱਚ ਜਦੋਂ ਜੰਗ ਹੋਣੀ ਹੈ ਨਾ, ਤੁਸੀਂ ਸ਼ਹਾਦਤ ਦਾ ਜਾਮ ਪੀ ਜਾਣਾ। ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ, ਕੈਸੀ ਰੂਹਾਨੀਅਤ ਹੈ ਜੀ ਇਹਨਾਂ ਦੀ। ਅੰਮ੍ਰਿਤ ਵੇਲਾ ਹੋਇਆ, ਕਹਿਣ ਲੱਗੇ ਦੇਖੋ ਸਤਿਗੁਰੂ ਨੇ ਆਪਣੇ ਪੁੱਤਰਾਂ ਨੂੰ ਉਠਾਇਆ, ਬਾਬਾ ਅਜੀਤ ਸਿੰਘ ਜੀ, ਬਾਬਾ ਜੁਝਾਰ ਸਿੰਘ ਜੀ, ਭਾਈ ਦਇਆ ਸਿੰਘ ਜੀ, 5 ਪਿਆਰੇ ਉੱਠੇ ਨੇ, ਨਾਲ ਸਿੱਖ ਉੱਠੇ। ਅੰਮ੍ਰਿਤ ਵੇਲੇ ਦੇਖੋ ਜੀ ਇਹਨਾਂ ਨੇ ਉੱਠ ਕੇ ਅੰਮ੍ਰਿਤ ਵੇਲੇ ਦਾ ਦੀਵਾਨ ਸਜਾਇਆ, ਆਸਾ ਦੀ ਵਾਰ ਦਾ ਕੀਰਤਨ ਦੇਖੋ ਕੀਤਾ। ਦੀਵਾਨ ਦੀ ਦੇਖੋ ਸਮਾਪਤੀ ਹੋਈ ਨਾ, ਫਿਰ ਇਹ ਗੱਲ ਸਿਖਾ ਦਿੱਤੀ, ਕਿੰਨਾ ਵੱਡਾ ਵੀ ਜੀਵਨ ਦੇ ਵਿੱਚ ਦੁੱਖ ਆ ਜਾਵੇ, ਗੁਰੂ ਨਾਨਕ ਮਹਾਰਾਜ ਜੀ ਦਾ ਸਿੱਖ ਜਿਹੜਾ ਕਦੀ ਵੀ ਜੀਵਨ 'ਚ ਨਿਤ ਨੇਮ ਨਾ ਛੱਡ ਜਾਵੇ, ਕਦੀ ਆਲਸੀ ਨਾ ਬਣ ਜਾਵੇ। ਇੱਕ ਗੱਲ ਚੇਤੇ ਰੱਖਿਓ ਜੀ, ਇਹ ਸਤਿਗੁਰੂ ਦੀ ਕਿਰਪਾ ਹੈ ਕਿ ਜੋ ਭਾਣਾ ਮੰਨਣ ਦਾ ਬਲ ਸਿਖਾ ਰਹੇ ਨੇ, ਕਿ ਭਾਣਾ ਕਿਹਨੂੰ ਆਖਿਆ ਜਾਂਦਾ। ਬਾਬਾ ਅਜੀਤ ਸਿੰਘ ਜੀ ਨੂੰ ਗੱਲ ਸਿਖਾ ਦਿੱਤੀ, ਬਾਬਾ ਜੁਝਾਰ ਸਿੰਘ ਜੀ ਨੂੰ ਦੱਸੀ ਗੱਲ ਕਿ ਦੇਖੋ ਕਿਤੇ ਤੱਕ ਕਰਕੇ ਆਪਣੇ ਪਿੱਛੇ ਵੱਡੇ ਵਡੇਰਿਆਂ ਨੂੰ, ਕਿ ਜਦੋਂ ਧੰਨ ਗੁਰੂ ਅਰਜੁਨ ਦੇਵ ਸੱਚੇ ਪਾਤਸ਼ਾਹ ਤਤੀ ਤਵੀ ਤੇ ਬੈਠੇ ਸੀ ਤੇ ਭਾਣਾ ਮਿੱਠਾ ਕਰਕੇ ਮੰਨਿਆ ਸੀ। ਅਸੀਂ ਬਚਨ ਪੜ੍ਹਦੇ ਹਾਂ, ਤੇਰਾ ਕੀਆ ਮਿੱਠਾ ਲਾਗੇ, ਹਰ ਨਾਮ ਪਦਾਰਥ ਨਾਨਕ ਮੰਗੇ। ਇਹ ਗੱਲ ਸਿਖਾ ਦਿੱਤੀ ਕਿ ਤੁਹਾਡੇ ਵੱਡੇ ਵਡੇਰੇ ਬਜ਼ੁਰਗਾਂ ਨੇ ਤਤੀ ਤਵੀ ਤੇ ਬਹਿ ਕੇ ਭਾਣਾ ਮੰਨਿਆ, ਤੇ ਤੁਹਾਡੇ ਇੱਥੋਂ ਤੱਕ ਦਾਦਾ ਜੀ ਨੇ ਆਪਣਾ ਸੀਸ ਵੀ ਕੁਰਬਾਨ ਕਰ ਦਿੱਤਾ ਧਰਮ ਦੀ ਖਾਤਰ, ਪਰ ਸੀ ਤੱਕ ਨਾ ਕੀਤੀ। ਪੁੱਤਰੋ ਆਪਣੇ ਅੰਦਰ ਜਜ਼ਬਾ ਕਾਇਮ ਰੱਖਿਓ, ਤੇ ਗੁਰੂ ਦੇ ਸਿੱਖੋ ਇਹ ਗੱਲ ਚੇਤੇ ਰੱਖਿਓ ਜੇ, ਜਿਹੜਾ ਦੇਖੋ ਸਿੱਖ ਨਿਤਨੇਮ ਕਰਦਾ ਹੈ ਨਾ, ਉਹਦੇ ਅੰਦਰ ਜਜ਼ਬਾ ਆਪੇ ਗੁਰੂ ਪੈਦਾ ਕਰ ਦਿੰਦਾ ਹੈ, ਕਿਉਂ ਭਾਣਾ ਮੰਨਣ ਦਾ ਬਲ ਵੀ ਨਿਤਨੇਮ ਵਿੱਚੋਂ ਪੈਦਾ ਹੁੰਦਾ। ਅਸੀਂ ਇਹ ਗੱਲ ਕਹਿੰਦੇ ਹਾਂ ਕਿ ਸਤਿਗੁਰੂ ਤੁਹਾਡੀ ਕਿਰਪਾ ਹੋਵੇ ਤੇ ਬੰਦਾ ਬਾਣੀ ਨਾਲ ਜੁੜਦਾ ਹੈ, ਸੱਚੀ ਉਹ ਗੱਲ ਹੈ।
ਗੁਰਦੁਆਰਾ ਸਾਹਿਬ ਦੇ ਨਾਲ ਕੰਧ ਵੀ ਸਾਂਝੀ ਹੋਵੇ ਨਾ, ਤੇ ਕਿਤੇ ਨਾ ਕਿਤੇ ਭਾਗ ਚੰਗੇ ਹੋਣ, ਕਿਰਪਾ ਇੱਥੋਂ ਤੱਕ ਗੁਰੂ ਦੀ ਹੋਵੇ, ਫਿਰ ਨਮਸਕਾਰ ਹੁੰਦੀ, ਗੁਰੂ ਦਰ ਤੇ ਆਇਆ ਜਾਂਦਾ ਹੈ। ਨਹੀਂ ਤੇ ਦੂਰ ਦਰਾਡੇ ਤੋਂ ਆਉਂਦੀ ਸੰਗਤ ਗੁਰੂ ਦੇ ਦੀਦਾਰ ਕਰਦੀ। ਮੈਂ ਆਪ ਜੀ ਦੇ ਨਾਲ ਛੋਟੀ ਜੀ ਬੇਨਤੀ ਸਾਂਝੀ ਕਰਾਂ। ਦਰਬਾਰ ਸਾਹਿਬ ਦੀ ਧਰਤੀ ਤੇ ਤਰਨਤਾਰਨ ਵਿਖੇ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੇ ਪਾਵਨ ਸਥਾਨ ਤੇ ਮੈਂ ਹੁਕਮਨਾਮਾ ਸਾਹਿਬ ਦੀ ਵਿਚਾਰ ਕੀਤੀ, ਤੇ ਉੱਥੇ ਪ੍ਰਕਰਮਾਂ ਦੇ ਵਿੱਚ ਮੈਨੂੰ ਇੱਕ ਸੱਜਣ ਮਿਲਿਆ, ਕਹਿਣ ਲੱਗਾ, ਭਾਈ ਸਾਹਿਬ ਜੀ ਦੇਖੋ, ਜੇ ਗੁਰੂ ਦੀ ਕਿਰਪਾ ਹੈ ਨਾ, ਤੇ ਅਸੀਂ ਦੇਖੋ ਕਿੰਨੀ ਦੂਰ ਤੋਂ ਚੱਲ ਕੇ ਇੱਥੇ ਆਉਣੇ ਆ। ਤੇ ਕਹਿਣ ਲੱਗਾ, ਸਾਡੇ ਇੱਥੋਂ ਤੱਕ ਰਿਸ਼ਤੇਦਾਰ ਨੇ ਲਾਗੇ, ਗੁਰਦੁਆਰਾ ਸਾਹਿਬ ਦੇ ਕੰਧ ਨਾਲ ਕੰਧ ਸਾਂਝੀ ਹੈ, ਉਹ ਦੇਖੋ ਜੀ ਕਦੀ ਨਮਸਕਾਰ ਕਰਨ ਵਾਸਤੇ ਆਉਂਦੇ ਨਹੀਂ, ਤੇ ਕਹਿ ਦਿੰਦੇ ਨੇ ਕਿ ਸਮਾਂ ਹੋਵੇ ਤੇ ਆ ਜਾਵਾਂਗੇ। ਇਹ ਦੇਖੋ, ਇਸ ਚੀਜ਼ ਨੂੰ ਕਿਤੇ ਤੱਕ ਕਰਕੇ ਮੈਨੂੰ ਬੜੀ ਗੱਲ ਚੰਗੀ ਲੱਗੀ ਕਿ ਸਤਿਗੁਰੂ ਦਾਤਾ ਤੇਰੀ ਕਿਰਪਾ ਹੋਵੇ ਤਾਂ ਇੱਥੋਂ ਤੱਕ ਦੀਦਾਰ ਹੁੰਦੇ ਨੇ, ਬਿਨਾਂ ਭਾਗਾਂ ਤੋਂ ਕੁਝ ਨਹੀਂ ਗਾ ਮਿਲਦਾ। ਸਤਿਗੁਰੂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਆਪਣੇ ਸਿੱਖਾਂ ਨੂੰ ਗੱਲ ਸਿਖਾਈ ਕਿ ਕਿੰਨਾ ਵੱਡਾ ਦੁੱਖ ਆ ਜਾਵੇ, ਨਿਤਨੇਮ ਕਦੀ ਨਾ ਤਿਆਗੇ ਉਹਦੇ ਜੀਵਨ ਦੇ ਵਿੱਚ। ਨਿਤਨੇਮ ਸਿੱਖ ਦਾ ਗਹਿਣਾ ਹੈ, ਤੇ ਇਹੀ ਇੱਥੋਂ ਤੱਕ ਜੀਵਨ ਜਿਉਣ ਦੀ ਜਾਂਚ ਸਿਖਾਉਂਦਾ ਹੈ ਸਾਨੂੰ। ਹੁਣ ਦੇਖੋ, ਜਦੋਂ ਅੰਮ੍ਰਿਤ ਵੇਲੇ ਦੇ ਦੀਵਾਨ ਦੀ ਸਮਾਪਤੀ ਹੋਈ ਉਪਰੰਤ ਇਹ ਸਾਰੀਆਂ ਗੱਲਾਂ ਦੱਸੀਆਂ ਨੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਆਪਣੇ ਸਿੱਖਾਂ। ਸੂਰਜ ਦੀ ਟੁਕੜੀ ਨਿਕਲ ਆਈ, ਕਿਰਨਾਂ ਨਿਕਲ ਆਈਆਂ, ਤੇ ਦਿਨ ਜਿਹੜਾ ਇਹਨਾਂ ਚੜ ਗਿਆ ਹੈ 9 ਪੋਹ ਦਾ। ਹੁਣ ਦੇਖੋ, ਜੰਗ ਜਿਹੜੀ ਹੈ ਨਾ, ਉਹ ਕਿਵੇਂ ਹੋਈ ਹੈ। ਹੁਣ ਇੱਥੇ ਕਈ ਵਿਦਵਾਨਾਂ ਨੇ ਨਾ ਇੱਕ ਗੱਲ ਲਿਖੀ ਹੋਈ ਹੈ, ਬੜੀ ਸੁੰਦਰ ਲੱਗਦੀ। ਕਹਿਣ ਲੱਗੇ ਕਿ ਏਲਚੀ ਹੈ ਨਾ, ਜਿਹੜਾ ਏਲਚੀ ਭਾਵ ਕਿ ਜਿਹੜਾ ਡਾਕੀਆ ਜਿਵੇਂ ਹੁੰਦਾ ਹੈ ਅੱਜ ਦੇ ਸਮੇਂ ਵਿੱਚ, ਕਹਿਣ ਲੱਗੇ ਏਲਚੀ ਨੂੰ ਭੇਜਿਆ ਗਿਆ ਹੈ, ਤੇ ਚੜ ਕੇ ਦੇਖੋ ਫੌਜ ਵੀ ਆ ਰਹੀ ਸੀ, ਤੇ ਫੌਜ ਦੇਖੋ ਆਈ, ਏਲਚੀ ਦੇ ਹੱਥ ਇਹ ਸੁਨੇਹਾ ਭੇਜ ਦਿੱਤਾ ਕਿ ਆਪਾਂ ਸਮਝੌਤਾ ਕਰ ਲੈਨੇ ਆ, ਤੁਹਾਡੇ ਉੱਪਰ ਅਸੀਂ ਹਮਲਾ ਨਹੀਂ ਕਰਦੇ। ਵਿਦਵਾਨ ਨੇ ਗੱਲ ਲਿਖੀ, ਕਹਿਣ ਲੱਗੇ ਕਿ ਜਿਹੜਾ ਏਲਚੀ ਆਇਆ ਸੀ ਨਾ, ਅੰਦਰ ਗੜ੍ਹੀ ਦੇ ਪ੍ਰਵੇਸ਼ ਕੀਤਾ ਤੇ ਬਾਬਾ ਅਜੀਤ ਸਿੰਘ ਜੀ ਦੇ ਨਾਲ ਉਹਦੀ ਮੁਲਾਕਾਤ ਹੋਈ। ਏਲਚੀ ਨੇ ਬੜਾ ਅਵਾ ਤਵਾ ਸ਼ਬਦ ਬੋਲੇ ਜੀ, ਜਿਹੜੇ ਅਸੀਂ ਬਿਆਨ ਨਹੀਂ ਕਰ ਸਕਦੇ। ਬਾਬਾ ਅਜੀਤ ਸਿੰਘ ਜੀ ਨੇ ਦੇਖੋ ਆਪਣੇ ਮਿਆਨ ਦੇ ਵਿੱਚੋਂ ਤਲਵਾਰ ਖਿੱਚ ਲਈ, ਕਹਿਣ ਲੱਗੇ, ਤੂੰ ਦੇਖ ਇੱਥੇ ਭੱਦੇ ਸ਼ਬਦ ਜਿਹੜੇ ਬੋਲਦਾ ਪਿਆ ਏ, ਇਹ ਚੰਗੇ ਨਹੀਂ। ਤੂੰ ਚਮਕੌਰ ਦੀ ਗੜ੍ਹੀ ਦੇ ਵਿੱਚ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇ ਦਰ ਤੇ ਉਹਨਾਂ ਦਾ ਏਲਚੀ ਬਣ ਕੇ ਆਇਆ ਏ, ਤਾਂ ਤੈਨੂੰ ਬਖਸ਼ਿਆ ਜਾ ਰਿਹਾ। ਜਿੱਦਾਂ ਦੇ ਤੂੰ ਬਚਨ ਬੋਲਦਾ ਪਿਆ ਏ ਨਾ, ਕਿਤੇ ਤੂੰ ਥੱਲੇ ਜੰਗ ਦੇ ਮੈਦਾਨ ਵਿੱਚ ਹੁੰਦਾ, ਮੈਂ ਤੇਰੇ ਨਾਲ 2 ਗੱਲਾਂ ਕਰਦਾ ਸਾਂਝੀ, ਤੈਨੂੰ ਬੋਲਣ ਨਾ ਦਿੰਦਾ ਮੈਂ ਉੱਥੇ। ਕਹਿੰਦਾ ਆਪਾਂ ਹੁਣ ਥੱਲੇ ਦੇਖਾਂਗੇ, ਬਾਬਾ ਅਜੀਤ ਸਿੰਘ ਜੀ ਕਹਿੰਦੇ ਸੀ। ਕਹਿਣ ਲੱਗੇ, ਚੱਲ ਤੂੰ ਥੱਲੇ ਦੇਖਾਂਗੇ। ਉਹ ਮੁਲਖਈ ਚੜ ਕੇ ਦੇਖੋ ਆ ਰਹੇ ਨੇ। ਹੁਣ ਵਜ਼ੀਰ ਖਾਂ ਜਿਹੜਾ ਸੀ ਉਹ ਵੀ ਚੜ ਕੇ ਆ ਰਿਹਾ ਹੈ, ਤੁਰਕ ਚੜ ਕੇ ਆ ਰਹੇ ਨੇ, ਤੇ ਇੱਧਰ ਦੇਖੋ ਨਾਹਰ ਖਾਂ ਜਿਹੜਾ ਹੈ, ਉਹਦਾ ਭਰਾ ਖਵਾਜਾ ਮਰਦੂਦ ਜ਼ਫਰਨਾਮੇ ਵਿੱਚ ਜ਼ਿਕਰ ਆਉਂਦਾ ਹੈ, ਇਹ ਵੀ ਚੜ ਕੇ ਆ ਰਹੇ। ਜਦੋਂ ਇਹ ਸਾਰੇ ਚੜ ਕੇ ਆ ਰਹੇ ਨੇ, ਗੜੀ ਨੂੰ ਘੇਰਾ ਪਾ ਰਿਹਾ, ਤੇ 10 ਲੱਖ ਦੀ ਫੌਜ ਹੈ, ਜ਼ਫਰਨਾਮੇ ਵਿੱਚ ਜ਼ਿਕਰ ਹੈ। ਤੇ ਅੰਦਰ ਗੜੀ ਵਿੱਚ ਸਿੱਖ ਕਿੰਨੇ ਨੇ? 40 ਸਿੱਖ ਨੇ, ਉਹ ਵੀ ਢਿੱਡੋਂ ਭੁੱਖੇ ਨੇ। ਸਤਿਗੁਰੂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇ 2 ਸਾਹਿਬਜ਼ਾਦੇ। ਹੁਣ ਤੱਕਿਓ ਕਿਤੇ ਉਹ ਸਮਾਂ, ਤੇ ਸਤਿਗੁਰੂ ਆਪ ਗੜੀ ਦੇ ਅੰਦਰ ਨੇ। ਜਦੋਂ ਦੇਖਿਆ ਨਾ ਪਾਤਸ਼ਾਹ ਜੀ ਨੇ ਕਿ ਚੜ ਕੇ ਆ ਰਹੇ ਨੇ, ਹੁਣ ਸਾਹਿਬ ਜੀ ਨੇ ਗੱਲ ਸਿਖਾਈ ਸੀ ਕਿ ਜਿਹੜਾ ਪਿਆਰ ਨਾਲ ਕੋਈ ਸਮਝੌਤਾ ਕਰੇ ਉਹ ਗੱਲ ਵੱਖਰੀ ਹੈ, ਪਰ ਸਮਝੌਤਾ ਕਾਹਦਾ ਸੀ? ਇਹ ਦੇਖੋ ਜੀ, ਹੁਣ ਜਿਹੜੇ ਪਹਾੜੀ ਸੀ, ਇਹਨਾਂ ਨੇ ਆਟੇ ਦੀ ਗਊ ਦੀ ਬਣਾ ਕੇ ਜਿਹੜਾ ਇਹ ਕਸਮਾਂ ਖਾਧੀਆਂ, ਉਹ ਵੀ ਮੁੱਕਰ ਗਏ। ਕੁਰਾਨ ਤੇ ਹੱਥ ਰੱਖ ਕੇ ਕਸਮਾਂ ਖਾਧੀਆਂ, ਮੁੱਕਰ ਗਏ। ਸਾਹਿਬ ਨੇ ਹੁਣ ਇਹਨਾਂ ਤੇ ਕਿਵੇਂ ਵਿਸ਼ਵਾਸ ਕਰਨਾ? ਜਿਹੜਾ ਬੰਦਾ ਦੇਖੋ ਜੀ, ਕਿਤੇ ਨਾ ਕਿਤੇ ਜਜ਼ਬਾ ਆਪਣੇ ਅੰਦਰ ਪੈਦਾ ਕਰ ਲਿਓ ਕਿ ਜਿਹੜਾ ਕਵੇ ਕਿ ਮੈਂ ਸੱਚ ਬੋਲਦਾ, ਇਹ ਪਤਾ ਲੱਗ ਜਾਵੇ ਝੂਠਾ ਬੰਦਾ ਹੈ, ਉਹਦੇ ਤੇ ਵਿਸ਼ਵਾਸ ਨਹੀਂ ਕੀਤਾ ਜਾਵੇ। ਅਸੀਂ ਕਹਿੰਦੇ ਹਾਂ ਨਾ ਕਿ ਮਿੱਤਰਾ, ਤੂੰ ਵਿਸ਼ਵਾਸ ਦਾ ਇੱਥੋਂ ਤੱਕ ਸਾਡੇ ਨਾਲ ਪਾਤਰ ਸੀ, ਪਰ ਹੁਣ ਧੋਖਾ ਦੇ ਗਿਆ। ਅਸੀਂ ਤੇਰੇ ਤੋਂ ਮਗਰ ਹੋ ਜਾਈਏ, ਤੇਰੀ ਸੰਗਤ ਨਹੀਂ ਅਸੀਂ ਕਰਨੀ। ਤੇਰੀ ਸੰਗਤ ਵਿੱਚੋਂ ਸਾਨੂੰ ਵੀ ਇੱਥੋਂ ਤੱਕ ਬੁਰਾ ਜਿਹੜਾ ਜੀਵਨ ਜਿਉਣ ਨੂੰ ਮਿਲੇਗਾ। ਅਸੀਂ ਚੰਗੀ ਸੰਗਤ ਪ੍ਰਾਪਤ ਕਰਾਂਗੇ, ਚੰਗੇ ਗੁਣ ਅੰਦਰ ਧਾਰਨ ਹੁੰਦੇ ਨੇ। ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇਖਦੇ ਨੇ ਕਿ ਚੜ ਕੇ ਆ ਰਹੇ ਨੇ। ਹੁਣ ਦੇਖੋ, ਨਾਹਰ ਖਾਨ ਜਿਹੜਾ ਸੀ ਨਾ, ਇਹ ਹੰਕਾਰੀ ਬੜਾ ਸੀ। ਕਹਿੰਦੇ ਆਪਣੇ ਅੰਦਰ ਇਹ ਸੋਚਦਾ ਪਿਆ ਸੀ ਵਿਚਾਰ, ਖਵਾਜਾ ਮਰਦੂਦ ਇਹ ਵੀ ਸੋਚਦਾ ਪਿਆ ਹੈ ਕਿ ਪਹਿਲਾਂ ਦੇਖੋ ਆਪਾਂ ਦੇਖਦੇ ਹਾਂ ਕਿ ਕਿੰਨੀ ਕੁ ਅੰਦਰ ਫੌਜ ਹੈ, ਜਿਹੜੇ ਸਾਰੇ ਇੰਨੀ ਫੌਜ ਲੈ ਕੇ ਚੜ ਕੇ ਆ ਗਏ। ਨਾਹਰ ਖਾਂ ਆਪਣੇ ਅੰਦਰ ਹੰਕਾਰ ਪੈਦਾ ਕਰਕੇ ਕਹਿਣ ਲੱਗਾ, ਆਪਾਂ ਦੇਖਦੇ ਹਾਂ ਪੌੜੀ ਲਾ ਕੇ ਕਿ ਕਿੰਨੀ ਅੰਦਰ ਗੜੀ ਦੇ ਦੇਖੋ ਫੌਜ ਹੈ, ਇਹ ਇੰਨੀ ਫੌਜ ਲੈ ਕੇ ਇੱਥੋਂ ਤੱਕ ਆ ਗਏ ਨੇ।
ਤੇ ਜਦੋਂ ਉਹਨੇ ਪੌੜੀ ਲਾਈ ਤੇ ਉੱਪਰ ਨੂੰ ਦੇਖਿਆ, ਝਾਕਦਾ ਦੱਸਾਂ ਕਿੱਦਾਂ ਸੀ, ਕਿਤੇ ਦੇਖੋ ਰਸੋਈ ਦੇ ਵਿੱਚ ਜਦੋਂ ਦੁੱਧ ਰੱਖਿਆ ਹੋਵੇ ਤੇ ਬਿੱਲੀ ਝਾਤੀਆਂ ਮਾਰਦੀ ਨਾ ਜਾਲੀ ਥਾਣੀ, ਉਸ ਤਰ੍ਹਾਂ ਝਾਕਦਾ ਪਿਆ ਸੀ ਉੱਪਰ ਚੜ੍ਹ ਕੇ ਪੌੜੀ ਤੇ ਸਤਿਗੁਰੂ ਨੇ ਦੇਖੋ ਭੱਦੇ ਚੋਂ ਤੀਰ ਕੱਢਿਆ ਤੇ ਜਦੋਂ ਤੀਰ ਦੇਖੋ ਚਲਾਇਆ ਤੇ ਅੱਖਾਂ ਦੇ ਵਿੱਚ ਵਿੰਨ ਕੇ ਰੱਖ ਦਿੱਤਾ, ਨਾਹਰ ਖਾਂ ਪੌੜੀ ਦੇ ਸਮੇਤ ਥੱਲੇ ਡਿੱਗ ਗਿਆ। ਕਹਿੰਦੇ ਇੱਕ ਹੋਰ ਚੜਿਆ ਹੈ, ਸਤਿਗੁਰੂ ਨੇ ਉਹਦੇ ਸਿਰ ਦੇ ਵਿੱਚ ਬੁਰਜ ਮਾਰਿਆ ਤੇ ਉਹ ਵੀ ਉਸੇ ਤਰ੍ਹਾਂ ਹੀ ਥੱਲੇ ਡਿੱਗਾ। ਖਵਾਜਾ ਮਰਦੂਦ ਕਹਿੰਦੇ ਕਿ ਲੁਕ ਗਿਆ, ਉਹ ਵੀ ਜ਼ਫਰਨਾਮੇ ਵਿੱਚ ਕਹਿੰਦੇ ਨੇ ਕਿ ਆਪਣੇ ਆਪ ਨੂੰ ਸ਼ੇਰ ਮੰਨਦਾ ਸੀ, ਜੇ ਸਾਹਮਣੇ ਉਹ ਵੀ ਹੁੰਦਾ ਤੇ ਉਹਦੇ ਮੈਂ ਛਾਤੀ ਦੇ ਵਿੱਚ ਪਾਤਸ਼ਾਹ ਕਹਿੰਦੇ ਤੀਰ ਵਿੰਨ ਕੇ ਰੱਖ ਦੇਣਾ ਸੀ ਮੈਂ ਉਹਦੇ। ਉਹ ਵੀ ਲੁਕ ਗਿਆ ਸੀ, ਕੰਧਾਂ ਦੇ ਉਹਲੇ ਲੁਕਦਾ ਫਿਰਦਾ ਸੀ, ਕਾਹਦਾ ਆਪਣੇ ਆਪ ਨੂੰ ਕਹਿੰਦੇ ਸ਼ੇਰ ਕਹਾਉਂਦਾ ਸੀ ਉਹ। ਹੁਣ ਦੇਖੋ ਜਦੋਂ ਫੌਜ ਚੜ੍ਹ ਕੇ ਆ ਹੀ ਗਈ ਹੈ ਤੇ ਸਤਿਗੁਰੂ ਨੇ ਇਹ ਗੱਲ ਕਹੀ ਸੀ ਕਿ ਦੇਖੋ ਜਦੋਂ ਤਲਵਾਰ ਚੁੱਕਣ ਦਾ ਸਮਾਂ ਆ ਜਾਵੇ ਨਾ, ਉਦੋਂ ਤਲਵਾਰ ਚੁੱਕਣੀ ਜਾਇਜ਼ ਹੈ। ਚੂਕਾਰ ਅਜ਼ਾ ਹਮ ਹੀਲ ਤੇ ਦਰ ਗੁਜਸਤ, ਹਲਾਲ ਅਸਤ ਬੁਰਦਨ ਬਾ ਸ਼ਮਸ਼ੀਰ ਦਸਤ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਜ਼ਫਰਨਾਮੇ ਵਿੱਚ ਇਹ ਬਚਨ ਪੜ੍ਹਦੇ ਸੀ ਕਿ ਤਲਵਾਰ ਚੁੱਕਣੀ ਫਿਰ ਜਾਇਜ਼ ਹੈ, ਜਦੋਂ ਪਤਾ ਸਿਰ ਤੋਂ ਪਾਣੀ ਲੰਘ ਜਾ ਰਿਹਾ ਹੈ ਉਦੋਂ ਤਲਵਾਰ ਚੁੱਕਣੀ ਜਾਇਜ਼ ਹੈ। ਹੁਣ ਇਹ ਨਹੀਂ ਕਿ ਮੁਗਲ ਚੜ੍ਹ ਕੇ ਆ ਜਾਣ ਤੇ ਅਸੀਂ ਇੱਥੇ ਤੱਕ ਬੈਠੇ ਰਹੀਏ। ਪਾਤਸ਼ਾਹ ਜੀ ਨੇ ਦੇਖੋ ਆਪਣੇ ਸਿੱਖਾਂ ਦੇ ਵੱਲ ਦੇਖਿਆ, ਭਾਈ ਹਿੰਮਤ ਸਿੰਘ ਜੀ ਅੱਗੇ ਵਧੇ। ਹੁਣ ਅਸੀਂ ਕਹਿੰਦੇ ਆ ਨਾ ਭਾਈ ਹਿੰਮਤ ਸਿੰਘ ਜੀ ਦੇਖੋ ਕਿ ਬਾਬਾ ਅਜੀਤ ਸਿੰਘ ਜੀ ਦੇ ਨਾਲ ਗਏ ਨਹੀਂ, ਪਰ ਦੇਖੋ ਭਾਈ ਹਿੰਮਤ ਸਿੰਘ ਜੀ ਦਾ ਜਥਾ ਪਹਿਲਾਂ ਗਿਆ ਸੀ, 5 ਪਿਆਰਿਆਂ ਦੇ ਵਿੱਚ ਸੀ ਇਹ ਪਿਆਰੇ। ਭਾਈ ਹਿੰਮਤ ਸਿੰਘ ਜੀ ਦੋਵੇਂ ਹੱਥ ਜੋੜ ਕੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੀ ਸ਼ਰਨ ਵਿੱਚ ਆਏ, ਕਹਿਣ ਲੱਗੇ ਦਾਤਾ ਸਮਾਂ ਆ ਗਿਆ ਏ, ਆਸ਼ੀਰਵਾਦ ਬਖਸ਼ੋ, ਮੈਦਾਨੇ ਜੰਗ ਵਿੱਚ ਜੂਝਣ ਦੀ ਇੱਥੋਂ ਤੱਕ ਤਿਆਰੀ ਅਸੀਂ ਮੁਕੰਮਲ ਕਾਇਮ ਕੀਤੀ ਹੈ, ਸਾਨੂੰ ਆਗਿਆ ਦੇਵੋ। ਤੁਹਾਡਾ ਹੁਕਮ ਹੀ ਤਾਂ ਉਡੀਕਦੇ ਪਏ ਸੀ, ਨਹੀਂ ਤਾਂ ਇਹਨਾਂ ਦਾ ਕੀ ਇੱਥੋਂ ਤੱਕ ਜਿਹੜਾ ਇਹ ਮੁਕਾਬਲਾ ਸੀ ਕਿ ਚੜ੍ਹ ਕੇ ਆ ਜਾਣ ਤੇ ਅਸੀਂ ਇਹਨਾਂ ਦੇ ਨਾਲ ਟੱਕਰਾਂ ਨਾ ਲਈਏ। ਤੁਹਾਡੇ ਜੀਭਾ ਵਿੱਚੋਂ ਹਾਂ ਦੀ ਆਵਾਜ਼ ਉਡੀਕ ਰਹੇ ਸੀ। ਸਤਿਗੁਰੂ ਨੇ ਉਸ ਬੇਨਤੀ ਨੂੰ ਦੇਖੋ ਜੀ ਤੱਕਿਆ, ਕਹਿਣ ਲੱਗੇ ਕਿ ਤੂੰ ਮੇਰੀ ਵਾਕਿਆ ਹੀ ਹਿੰਮਤ ਹੈ ਭਾਈ। ਭਾਈ ਹਿੰਮਤ ਸਿੰਘ ਜੀ ਨੂੰ ਕਹਿਣ ਲੱਗੇ ਸਮਾਂ ਸੀ ਜਦੋਂ ਦੇਖੋ 1699 ਦੇ ਵਿੱਚ ਮੈਂ ਸਿੱਖਾਂ ਦੇ ਸਿਰਾਂ ਦੀ ਮੰਗ ਕੀਤੀ ਸੀ ਨਾ, ਤੇ 5 ਪਿਆਰਿਆਂ ਦੇ ਵਿੱਚ ਭਾਈ ਹਿੰਮਤ ਸਿੰਘ ਜੀ ਵੀ ਅੱਗੇ ਆਏ ਸੀ। ਕਹਿਣ ਲੱਗੇ ਅੱਜ ਤੂੰ ਮੇਰੀ ਹਿੰਮਤ ਬਣ ਗਿਆ, ਮੇਰੀ ਇੱਥੋਂ ਤੱਕ ਉਹ ਪ੍ਰੇਮ ਗਾਥਾ ਬਣ ਗਿਆ ਹੈ ਕਿ ਜਿਹੜੀ ਗਾਥਾ ਮੈਂ ਆਉਂਦੀ ਦੁਨੀਆ ਨੂੰ ਸਿਖਾ ਸਕਾਂ ਕਿ ਆਹ ਸੀ ਮੇਰਾ ਇੱਥੋਂ ਤੱਕ 5 ਪਿਆਰਿਆਂ ਵਿੱਚ ਮੇਰਾ ਇੱਕ ਪਿਆਰਾ ਭਾਈ ਹਿੰਮਤ ਸਿੰਘ। ਕਹਿਣ ਲੱਗੇ ਦੇਖੋ ਗੜੀ ਦੇ ਵਿੱਚੋਂ ਇਹਨਾਂ ਦਾ ਜਥਾ ਜਿਹੜਾ ਇਹਨਾਂ ਰਵਾਨਾ ਹੁੰਦਾ ਹੈ, ਮੁਗਲਾਂ ਦੇ ਨਾਲ ਟਾਕਰਾ ਲੈਂਦੇ ਹੋਏ ਸ਼ਹਾਦਤ ਦਾ ਜਾਮ ਪੀ ਜਾਂਦੇ ਨੇ। ਭਾਈ ਹਿੰਮਤ ਸਿੰਘ ਜੀ ਨਾਲ ਉਹਨਾਂ ਦਾ ਜਥਾ 5 ਜਾਣਿਆਂ ਦਾ ਜਥਾ ਜਿਹੜਾ ਬਣ ਕੇ ਗੜੀ ਵਿੱਚੋਂ ਜਾਂਦਾ ਸੀ। ਫਿਰ ਦੇਖੋ ਜੀ ਦੂਸਰਾ ਜਥਾ ਜਾਂਦਾ ਹੈ, ਉਹ ਵੀ ਸ਼ਹਾਦਤ ਦਾ ਜਾਮ ਪੀਂਦਾ। ਤੇ ਭਾਈ ਦਇਆ ਸਿੰਘ ਜੀ ਇੱਕ ਬੇਨਤੀ ਕਰਦੇ ਨੇ, ਕਹਿਣ ਲੱਗੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੇਖੋ ਮੈਂ ਬੇਨਤੀ ਕੀਤੀ ਸੀ ਨਾ ਜਦੋਂ ਵਿਸ਼ਰਾਮ ਕਰ ਰਹੇ ਸੀ ਭਾਈ ਦਇਆ ਸਿੰਘ ਜੀ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਹਿੰਦੇ ਸੀ ਇਹ ਜੀਭਾ ਤੋਂ ਜਦੋਂ ਕੋਈ ਗੱਲ ਬੋਲਦਾ ਹੈ ਨਾ ਇਹ ਦਿਲ ਨੂੰ ਇੱਥੋਂ ਤੱਕ ਵਿੰਨ ਕੇ ਰੱਖ ਦਿੰਦੇ ਨੇ, ਵੱਖਰੀ ਗੱਲ ਤੇ ਐ ਪਿਆਰੀ ਗੱਲ ਕਰਦੇ। ਭਾਈ ਦਇਆ ਸਿੰਘ ਜੀ ਕਹਿਣ ਲੱਗੇ ਦਾਤਾ ਹੱਥ ਜੋੜ ਕੇ ਬੇਨਤੀ, ਇਹ ਗੱਲ 'ਚ ਪੱਲੂ ਪਾ ਕੇ ਮੈਂ ਬੇਨਤੀ ਕਰਦਾ, ਇਹ ਮਾਨ ਰੱਖ ਲਿਓ ਜੇ ਤੁਸੀਂ ਆਪਣੇ ਪੁੱਤਰਾਂ ਨੂੰ ਲੈ ਕੇ ਥਾਂ ਛੱਡ ਦਿਓ ਹਾਂ, ਇਸ ਬੇਨਤੀ ਨੂੰ ਪ੍ਰਵਾਨ ਕਰ ਲਓ। ਤੇ ਬਾਬਾ ਅਜੀਤ ਸਿੰਘ ਜੀ ਅੱਗੇ ਆਏ। ਹੁਣ ਦੇਖੋ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਪੁੱਤਰ ਵੱਲ ਵੇਖਿਆ ਨਾ ਤੇ ਬਾਬਾ ਅਜੀਤ ਸਿੰਘ ਜੀ ਨੇ ਦੋਵੇਂ ਹੱਥ ਜੋੜ ਲਏ, ਕਹਿਣ ਲੱਗੇ ਗੁਰੂ ਪਿਤਾ ਜੀ ਆਗਿਆ ਦੇਵੋ। ਆਹ ਬਚਨ ਆਪ ਕਿਹਾ ਬਾਬਾ ਅਜੀਤ ਸਿੰਘ ਜੀ ਨੇ। ਇੱਕ ਤਾਂ ਹੁੰਦੀ ਹੈ ਬੇਨਤੀ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਆਪ ਬਾਬਾ ਅਜੀਤ ਸਿੰਘ ਜੀ ਨੂੰ ਭੇਜ ਦੇ, ਤੇ ਕਈ ਦੁਨੀਆ ਦੇ ਲੋਕਾਂ ਨੇ ਕਹਿਣਾ ਸੀ ਦੇਖੋ ਜੀ ਆਪਣੇ ਪੁੱਤਰਾਂ ਨੂੰ ਗੁਰੂ ਆਪ ਭੇਜ ਰਿਹਾ ਹੈ। ਬਾਬਾ ਅਜੀਤ ਸਿੰਘ ਜੀ ਆਏ, ਕਹਿਣ ਲੱਗੇ ਦਾਤਾ ਗੁਰੂ ਪਿਤਾ ਜੀ ਆਗਿਆ ਦਿਓ, ਰਣ ਤੱਤੇ ਵਿੱਚ ਜੂਝਣਾ ਚਾਹੁੰਦੇ ਅਸੀਂ, ਸਾਨੂੰ ਜੂਝਣ ਦੀ ਇੱਥੋਂ ਤੱਕ ਆਗਿਆ ਬਖਸ਼ਿਸ਼ ਕਰੋ ਤੁਸੀਂ। ਸਤਿਗੁਰੂ ਨੇ ਦੇਖੋ ਜੀ ਆਗਿਆ ਦਿੱਤੀ ਹੈ ਬਾਬਾ ਅਜੀਤ ਸਿੰਘ ਜੀ ਨੂੰ। ਬਾਬਾ ਅਜੀਤ ਸਿੰਘ ਜੀ ਦੇ ਨਾਲ ਸਿੱਖ ਗਏ। ਜਦੋਂ ਜਾ ਰਹੇ ਨੇ ਨਾ ਇੱਕ ਗੱਲ ਪਹਿਲਾਂ ਕਹਿ ਦਿੱਤੀ ਕਿ ਪੁੱਤਰਾ ਤੂੰ ਜੂਝਣ ਲਈ ਤਿਆਰ ਤਾਂ ਹੋਇਆ ਚੱਲਿਆ ਏ ਮੈਦਾਨ ਨੇ ਜੰਗ ਦੇ ਵਿੱਚ, ਪਰ ਦੇਖੀ ਕਿਤੇ ਮੁੜ ਕੇ ਨਾ ਦੇਖੀ, ਹਿੰਮਤ ਨਹੀਂ ਹਾਰਨੀ, ਆਪਣੀ ਦਲੇਰੀ ਦੇ ਨਾਲ ਡਟ ਕੇ ਮੁਕਾਬਲਾ ਕਰਨਾ ਹੈ। ਤੇ ਦੇਖੋ ਬਾਬਾ ਅਜੀਤ ਸਿੰਘ ਜੀ ਕਹਿਣ ਲੱਗੇ ਦਾਤਾ ਜੀ ਗੁਰੂ ਪਿਤਾ ਜੀ ਤੁਸੀਂ ਨਾਮ ਹੀ ਤਾਂ ਅਜੀਤ ਸਿੰਘ ਰੱਖਿਆ, ਜਿੱਤ ਕੇ ਆਵਾਂਗਾ, ਹਾਰ ਕੇ ਨਹੀਂ ਆਉਂਦਾ, ਭਾਵੇਂ ਮੇਰੀ ਜਿੰਦ ਨਿਕਲ ਜਾਵੇ, ਪ੍ਰਾਣ ਨਿਕਲ ਜਾਣਗੇ ਨਾ, ਪਰ ਮੈਂ ਜੰਗ ਦੇ ਮੈਦਾਨ ਵਿੱਚ ਸ਼ਹੀਦੀ ਦੇ ਕੇ ਵੀ ਦੇਖੋ ਜਿੱਤਾਂਗਾ ਜ਼ਰੂਰ। ਨਾਮ ਕਾ ਅਜੀਤ ਹੂੰ ਜੀਤ ਕਰ ਆਊਂਗਾ, ਜੇ ਨਾਮ ਤੁਸੀਂ ਮੇਰਾ ਅਜੀਤ ਸਿੰਘ ਰੱਖਿਆ ਤੇ ਜਿੱਤ ਕੇ ਵਾਪਸ ਆਵਾਂਗਾ, ਭਾਵੇਂ ਮੇਰੇ ਪ੍ਰਾਣ ਵੀ ਨਿਕਲ ਜਾਣ।
ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਜੀ ਦਾ ਜਦੋਂ ਅਸੀਂ ਜਨਮ ਪੜ੍ਹਦੇ ਹਾਂ 1686 ਦੇ ਵਿੱਚ ਜਨਮ ਹੁੰਦਾ ਹੈ। ਹੁਣ ਦੇਖੋ 1704 ਦੇ ਵਿੱਚ ਸ਼ਹਾਦਤ ਦਾ ਜਾਮ ਪੀਂਦੇ। ਮੁੱਛ ਫੁੱਟ ਗੱਭਰੂ ਜਵਾਨ ਨੌਜਵਾਨ ਦੇਖੋ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਜੀ ਜਦੋਂ ਜੰਗ ਦੇ ਮੈਦਾਨ ਵਿੱਚ ਗਏ ਨੇ ਨਾ ਤੇ ਮੁਗਲਾਂ ਦੇ ਵਿੱਚ ਦੇਖੋ ਡਟ ਕੇ ਆਪ ਮੁਕਾਬਲਾ ਕਰਨ ਲੱਗ ਪਏ ਨੇ ਪਾਤਸ਼ਾਹ ਜੀ ਦੇ ਵੱਡੇ ਸਾਹਿਬਜ਼ਾਦੇ। ਪਹਿਲਾਂ ਦੇਖੋ ਜੀ ਤੀਰ ਜਿਹੜੇ ਹੈ ਸਤਿਗੁਰੂ ਦੇ ਪੁੱਤਰ ਨੇ ਮੁਗਲਾਂ ਦੇ ਛਾਤੀ ਦੇ ਵਿੱਚ ਵਿੰਨ ਕੇ ਰੱਖ ਦਿੱਤੇ ਨੇ। ਜਦੋਂ ਤੀਰ ਦੇਖੋ ਜੀ ਮੁਕੇ ਨਾ ਸਮਾਪਤ ਹੋ ਚੁੱਕੇ, ਫਿਰ ਨੇਜਾ ਕੱਢਿਆ ਸਤਿਗੁਰੂ ਜੀ ਦੇ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਜੀ ਨੇ। ਇੱਕ ਤੁਰਕ ਦੀ ਛਾਤੀ ਦੇ ਵਿੱਚ ਨੇਜਾ ਮਾਰਿਆ, ਨੇਜੇ ਦੇ ਅੱਗੇ ਜਿਹੜੀ ਤਿੱਖੀ ਦੇਖੋ ਜੀ ਧਾਰ ਹੁੰਦੀ ਹੈ ਉਹ ਤੁਰਕ ਦੀ ਛਾਤੀ ਵਿੱਚ ਰਹਿ ਗਈ ਤੇ ਨੇਜਾ ਦੇਖੋ ਟੁੱਟ ਗਿਆ ਤੇ ਨੇਜੇ ਦੀ ਜਿਹੜੀ ਵਾਂਗ ਸੀ ਨਾ ਉਹ ਵਾਂਸ ਜਿਹੜੀ ਸੀ ਉਹ ਹੱਥ ਵਿੱਚ ਰਹਿ ਗਈ ਹੈ, ਡਾਂਗ ਜਿਹੜੀ ਹੁੰਦੀ ਹੈ ਤੇ ਉਹਦੇ ਨਾਲ ਦੇਖੋ ਮੁਕਾਬਲਾ ਕਰਦੇ ਨੇ, ਉਹ ਟੁੱਟ ਗਈ। ਸਤਿਗੁਰੂ ਜੀ ਦੇ ਸਾਹਿਬਜ਼ਾਦੇ ਨੇ ਥੱਲੇ ਸੁੱਟ ਦਿੱਤੀ ਤੇ ਤਲਵਾਰ ਕੱਢੀ ਫਿਰ ਮਿਆਨ ਦੇ ਵਿੱਚ। ਤਲਵਾਰ ਦੇ ਨਾਲ ਦੇਖੋ ਜੀ ਉਹਨਾਂ ਮੁਗਲਾਂ ਦੇ ਆਹੂ ਲਾਉਂਦੇ ਹੋਏ ਆਪਣੇ ਤਨ ਤੇ ਵੀ ਫੱਟ ਖਾ ਰਹੇ ਨੇ ਬਾਬਾ ਅਜੀਤ ਸਿੰਘ ਜੀ। ਕਿਤੇ ਦੇਖੋ ਜੀ ਤਲਵਾਰ ਦੀ ਧਾਰ ਕਿਤੇ ਚਿਹਰੇ ਤੇ ਵੱਜਦੀ, ਕਿਤੇ ਪਿੱਛੇ ਵੱਜਦੀ, ਕਿਤੇ ਬਾਹਾਂ ਤੇ ਵੱਜਦੀ, ਪਰ ਸੀ ਤੱਕ ਨਹੀਂ ਕੀਤੀ ਉਹਨਾਂ ਨੇ। ਫਿਰ ਵੀ ਦੇਖੋ ਜੀ ਲੜਦੇ ਰਹੇ ਨੇ ਤੇ ਜਦੋਂ ਤਲਵਾਰ ਟੁੱਟ ਗਈ ਹੈ, ਤਲਵਾਰ ਟੁੱਟ ਕੇ ਥੱਲੇ ਡਿੱਗ ਗਈ ਤੇ ਅੱਗੇ ਆਪਣੀ ਛਾਤੀ ਕਰ ਦਿੱਤੀ ਹੈ ਬਾਬਾ ਅਜੀਤ ਸਿੰਘ ਜੀ ਨੇ। ਤੇ ਦੇਖੋ ਜਦੋਂ ਉਧਰੋਂ ਹਫੜਾ ਤਫੜੀ ਮਚ ਰਹੀ ਸੀ ਨਾ ਉਸ ਸਮੇਂ ਜੰਗ ਦੇ ਵਿੱਚ, ਤੇ ਅੱਧਿਆਂ ਨੇ ਇਹ ਗੱਲ ਕਹਿ ਦਿੱਤੀ ਸੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇ ਦਿਲ ਦਾ ਟੁਕੜਾ ਏ, ਉਹਨਾਂ ਦਾ ਪੁੱਤਰ ਏ, ਇਹਨੂੰ ਘੇਰ ਲਿਓ ਜੇ ਕਿਤੇ ਜਿਉਂਦਾ ਵਾਪਸ ਨਾ ਜਾਵੇ। ਉਹ ਮੂਰਖ ਇਹ ਗੱਲ ਜਾਣਦੇ ਨਹੀਂ ਸੀ ਕਿ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਗੱਲ ਕਹਿ ਕੇ ਤੋਰਿਆ ਸੀ। ਆਪ ਗੜੀ ਦੇ ਉੱਪਰ ਖੜ ਕੇ ਜਿਹੜਾ ਦੇਖ ਰਿਹਾ ਸੀ ਕਿ ਪੁੱਤਰ ਮੈਂ ਸ਼ਹੀਦ ਹੁੰਦਿਆਂ ਤੈਨੂੰ ਦੇਖਣਾ ਚਾਹੁੰਦਾ ਹੈ। ਲਾਗੇ ਸਿੱਖ ਖੜੇ ਨੇ। ਜਦੋਂ ਦੇਖੋ ਤੀਰ ਛਾਤੀ ਵਿੱਚ ਵੱਜਣੇ ਨੇ ਨਾ, ਸਤਿਗੁਰੂ ਜੀ ਗੜੀ ਦੇ ਉੱਪਰ ਖੜੇ ਨੇ ਤੇ ਸਿੱਖਾਂ ਨੂੰ ਬੇਨਤੀ ਕਰ ਰਹੇ ਨੇ ਕਿ ਸਾਨੂੰ ਵਧਾਈ ਦਿਵੋ। ਸਿੱਖਾਂ ਦੇ ਪੈਰਾਂ ਥੱਲੇ ਜ਼ਮੀਨ ਨਿਕਲ ਆਈ। ਦਾਤਾ ਕਾਹਦੀ ਵਧਾਈ? ਕਿਸੇ ਦੇ ਘਰ ਵਿੱਚ ਵਿਆਹ ਹੋਵੇ, ਮੈਰਿਜ ਹੋਵੇ, ਕਿਸੇ ਬੱਚੇ ਦਾ ਜਨਮ ਦਿਨ ਹੁੰਦਾ ਹੈ ਦੁਨਿਆਵੀ ਤੌਰ ਤੇ, ਉਹ ਵਧਾਈ ਦਾ ਇੱਥੋਂ ਤੱਕ ਮਾਤਾ ਪਿਤਾ ਪਾਤਰ ਬਣਦਾ ਹੈ। ਤੇ ਦਾਤਾ ਤੇਰਾ ਵੱਡਾ ਸਾਹਿਬਜ਼ਾਦਾ ਤੇਰੇ ਅੱਖਾਂ ਦੇ ਸਾਹਮਣੇ ਦੇਖ ਸ਼ਹੀਦ ਹੋ ਰਿਹਾ ਹੈ, ਅਸੀਂ ਉਹਦੇ ਤਨ ਵੱਲ ਦੇਖ ਰਹੇ ਹਾਂ। ਅੱਜ ਚਮਕੌਰ ਦੀ ਗੜੀ ਤੇਰੇ ਪੁੱਤਰ ਦੇ ਲਹੂ ਦੇ ਨਾਲ ਭਿੱਜ ਕੇ ਲਾਲ ਹੋ ਗਈ ਹੈ ਤੇ ਤੂੰ ਸਾਨੂੰ ਕਹਿ ਰਿਹਾ ਵਧਾਈ ਦਿਓ। ਵਧਾਈ ਕਾਹਦੀ ਗੁਰੂ ਜੀ? ਕਹਿਣ ਲੱਗੇ ਸਾਡੇ ਪੁੱਤਰ ਲਾੜੀ ਮੌਤ ਨੂੰ ਵਿਆਹੁਣ ਲੱਗੇ ਬਾਬਾ ਅਜੀਤ ਸਿੰਘ ਜੀ। ਤੇ ਉਹ ਕਹਿ ਰਹੇ ਸੀ, ਮੁਗਲ ਕਹਿ ਰਹੇ ਸੀ ਇਹਨੂੰ ਘੇਰ ਲਿਓ, ਜਿਉਂਦਾ ਜਾਣ ਨਾ ਦਿਓ। ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇ ਦਿਲ ਦਾ ਟੁਕੜਾ ਏ, ਜਿਹਨੂੰ ਆਪਾਂ ਘੇਰ ਲਵਾਂਗੇ ਕੀ ਪਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਇੱਥੇ ਆ ਹੀ ਜਾਣ। ਸਤਿਗੁਰੂ ਨੇ ਕਹਿ ਕੇ ਤੋਰਿਆ ਸੀ ਕਿ ਦੇਖ ਪੁੱਤਰਾ ਮੁੜ ਕੇ ਨਹੀਂ ਆਉਣਾ, ਭਾਵੇਂ ਤੇਰੀ ਜਿੰਦ ਭਾਵੇਂ ਪ੍ਰਾਣ ਵੀ ਵਾਰੇ ਜਾਂਦੇ। ਨਾਮ ਕਾ ਜੀਤ ਹੂੰ ਜੀਤ ਕਰ ਆਊਂਗਾ। ਮੌਤ ਵੀ ਆ ਜਾਵੇ ਗੁਰੂ ਪਿਤਾ ਜੀ ਵਾਪਸ ਨਹੀਂ ਮੁੜਦਾ, ਛਾਤੀ ਅੱਗੇ ਤਾਣ ਦਿਆਂਗਾ। ਤੇ ਦੇਖੋ ਜਦੋਂ ਆਪ ਸਾਰੇ ਸ਼ਾਸਤਰ ਕੋਲ ਨਹੀਂ ਸੀ ਤੇ ਸਤਿਗੁਰੂ ਦੇ ਲਾਲ ਦੇ ਛਾਤੀ ਦੇ ਵਿੱਚ ਤੀਰ ਜਿਹੜੇ ਉਹਨਾਂ ਨੇ ਵਿੰਨ ਦਿੱਤੇ। ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇ ਲਾਲ ਦੇਖੋ ਜੀ ਕਿਤੇ ਤਲਵਾਰਾਂ ਦੇ ਫੱਟ ਵੱਜੇ ਹੋਏ ਨੇ, ਛਾਤੀ ਦੇ ਵਿੱਚ ਤੀਰ ਵਿੰਨੇ ਗਏ ਨੇ। ਤੇ ਕਿਤੇ ਉਸ ਸਮੇਂ ਨੂੰ ਯਾਦ ਕਰਿਓ ਤੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਆਪ ਗੜੀ ਤੇ ਖੜ ਕੇ ਦੇਖੋ ਆਪਣੇ ਵੱਡੇ ਲਾਲ ਦੇ ਵੱਲ ਤੱਕਦੇ ਪਏ ਨੇ। ਤੇ ਉੱਥੇ ਗੂੰਜਾਂ ਕਿਹੜੀਆਂ ਸੀ? ਜਕਾਰੇ ਦੀਆਂ। ਸਿੱਖਾਂ ਨੂੰ ਇਹ ਦਲੇਰੀ ਕਿੱਥੋਂ ਪੈਦਾ ਹੋਈ? ਗੁਰੂ ਨੇ ਨੇਤਰਾਂ ਚੋਂ ਨੀਰ ਤੱਕ ਨਹੀਂ ਘੇਰਿਆ। ਹੁਣ ਦੇਖੋ ਜਦੋਂ ਸਿੱਖ ਸ਼ਹੀਦ ਹੁੰਦਾ ਸੀ ਨਾ, ਗੁਰੂ ਆਪਣੇ ਅੰਦਰ ਕਿਤੇ ਨਾ ਕਿਤੇ ਥੋੜਾ ਜਿਹਾ ਅਦਬ ਪੈਦਾ ਕਰਦੇ ਸੀ। ਪਰ ਸਾਹਮਣੇ ਪੁੱਤਰ ਇੱਥੋਂ ਤੱਕ ਸ਼ਹੀਦ ਹੋ ਗਏ ਨੇ, ਪਰ ਨੇਤਰਾਂ ਚੋਂ ਕਿਤੇ ਨੀਰ ਤੱਕ ਨਹੀਂ ਘੇਰਿਆ। ਅੱਜ ਕਿਸੇ ਦਾ ਪੁੱਤਰ ਚੜ੍ਹਾਈ ਕਰ ਜਾਵੇ, ਕਿਸੇ ਪਤਨੀ ਦਾ ਪਤੀ ਚੜ੍ਹਾਈ ਕਰ ਜਾਵੇ ਤੇ ਹਰ ਕੋਈ ਦੁੱਖ ਤੇ ਸੋਗ ਮਨਾਉਂਦਾ ਹੈ ਨਾ। ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਆਪ ਧੰਨ ਜੇ, ਤੁਹਾਡਾ ਪੁੱਤਰ ਦੇਖੋ ਸ਼ਹਾਦਤ ਦਾ ਜਾਮ ਪੀ ਗਏ ਨੇ। ਆਪ ਨੇ ਇੱਥੋਂ ਤੱਕ ਵਾਹਿਗੁਰੂ ਤੋਂ ਭਾਣਾ ਹੀ ਮੰਗਿਆ। ਸਿੱਖਾਂ ਨੂੰ ਦੇਖੋ ਜੀ ਜਕਾਰੇ ਦੀਆਂ ਗੂੰਜਾਂ ਸੁਣਾਈਆਂ ਆਪ ਜੀ ਨੇ। ਆਪਣੇ ਲਾਲ ਨੂੰ ਇੱਥੋਂ ਤੱਕ ਚਿਹਰੇ ਨੂੰ ਦੇਖ ਕੇ ਕਿਤੇ ਗਮੀ ਆਪਣੇ ਅੰਦਰ ਪੈਦਾ ਨਹੀਂ ਕੀਤੀ। ਕੈਸੀ ਰੂਹਾਨੀਅਤ ਹੈ ਜੀ, ਕੈਸੇ ਪਿਤਾ ਨੇ ਗੁਰੂ, ਕੈਸੇ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦੇ ਪੁੱਤਰ ਨੇ ਉਸ ਸਮੇਂ ਆਪ ਭੇਜਿਆ ਤੇ ਆਪਣੇ ਪੁੱਤਰ ਨੂੰ ਫੇਰ ਦੇਖੋ ਆਪ ਭੇਜ ਰਹੇ।
मैं अगे जिक्र करदा हुन्ना, किते MLA मंत्री होण ना, जदों सोग दा समा होवे, किते देखिया होवे ना कि सामने कोई मुसीबत आ गई है, विदेशों में भेज दिंदे ने। उसे समय गुरु गोबिंद सिंह पातशाह ऐसे पिता ने, उन्होंने अपने पुत्र नूं जंग के मैदान में जूझण लई भी भेज दिता। बचा के रख भी सकते सी, पर नहीं, उन्हें ये गल सिखाई कि जिथे मेरे सिख मैनू प्यारे ने ना, पुत्रां तो वध के मेरे सिख मैनू प्यारे ने। पुत्रां नूं भी तोरिया, सिखां नूं भी तोरिया। हुण देखो, जदों गढ़ी दे उपर खड़े ने, भाई दया सिंह जी ने फिर एक बेनती की, दाता जी हाथ जोड़ के बेनती है, कृपा करियो जे इस बेनती नूं मोड़ियो ना। पातशाह कहन लगे, दस भाई दया सिंह जी की बेनती करन लगे? कहन लगे, एक तो अखां दा तारा देखो तुहाडे सामने शहीद हो गया है, साडे कोलों वेखिया नहीं जाता, पर देखो तुसी पता नहीं किस तरह वेखिया, तुहाडा धन है जिगरा। बाबा जुझार सिंह जी एक अखां दा तारा रहा है, दूजे लालों का पता कुछ नहीं, माता गुजर कौर जी का पता नहीं कुछ भी, बसेबा कित्थे है, एक अख का टोटा रह गया, इनू तो रख लीए। ते बाबा जुझार सिंह जी देखो अगे वधे ने, कहन लगे, गुरु पिता जी सानू भी रण तत्ते विच जूझण दी आग्या देवो। हुण देखो आग्या मंगदे ने, विद्वान दियां सतरां ये गल कहिंदियां ने कि बाबा जुझार सिंह जी कहन लगे, भाई से विछड़ कर हमको जीना नहीं आता, खाना और सोना और पीना नहीं आता। ये गल कहन लगे बाबा जुझार सिंह जी कि धन गुरु गोबिंद सिंह सच्चे पातशाह गुरु पिता जी जदों आनंदपुर साहिब की पावन धरती ते हुंदे सी, साडे तन ते भी इक्को रंग दे चोले तुसी पाउंदे सी, सानू खाना भी इत्थों तक इक्को चीज़ां लिया के दिंदे सी, सानू प्यार भी इक्को जिहा बरोबर दा दिता। ते अज मेरे वड्डे भराता जी जंग दे विच शहादत दा जाम पी गए ने, ते मैनू भी बरोबर दी शहादत जिहड़ी ना प्राप्त करन दी आग्या बख्शो। अज मंगिया की है बाबा जुझार सिंह जी ने गुरु गोबिंद सिंह महाराज दे कोल, ते सतगुरु ने देखो बेनती की, कहन लगे, पुत्र असी तैनू इत्थों तक आप खुद हत्थी तैयार करांगे जंग दे विच भेजण वास्ते। सतगुरु कमर कस्से दे विच खंजर रखदे सी। गुरु गोबिंद सिंह महाराज जी ने ना अपने सपुत्र दूसरे बाबा जुझार सिंह जी नूं ना अपने कमर कस्से विचों खंजर कढ के ते उन्हां दे कमर कस्से विच जड़ी रख दित्ती, ते कहन लगे, पुत्र इनू कोल रखियो जी, ये शास्त्र ने। ते जदों देखो जी गढ़ी दा गेट खोलिया है ना, 5 ਸਿੰਘਾਂ ਦਾ जथा फिर बाबा जुझार सिंह जी का अगे वधदा है। जदों गए ने रण तत्ते विच जूझण लई, गुरु गोबिंद सिंह महाराज कहंदे कि मैं उपर दी पुत्रा तेरे इथों तक बशार तीरां दी लगा देवांगा, तुसीं अगे वध के विचकार मुकाबला करना। ते मुगलों नूं देखो जी उपर दी तीर सतगुरु दे पुत्र दे जा रहे ने। गुरु गोबिंद सिंह महाराज जी तीरां दी बशार दे नाल उन्हां नूं देखो रोकदे पए ने मुगलों नूं कि अगे वध के देखो जी ये मुगलों दे नाल टाकरा जिहड़ा इन्हां लैण। बाबा अजीत सिंह जी थले ने। हुण देखो जदों खून दे नाल भिजी हुई धरती लाल हुई है, सतगुरु दे पुत्र बाबा अजीत सिंह जी का शरीर धरती ते पिया है, लागों दी बाबा जुझार सिंह जी अगे वध गए ने। जदों अगे वधे ना ते फिर देखो मुगलों दे विच आप जिहड़ा इन्हां खड़ के इन्हां ने तलवार दे नाल ऐसे जोर विखाए ने, सारियां दे आहू लाउणे शुरू कर दिते ते कहन लगे, आ दूसरा गुरु गोबिंद सिंह महाराज का दिल का टुकड़ा आ गया जी, इनू भी मार दिओ जी, आपे डोलेगा, आपे इथों तक हार मन्नेगा। सतगुरु उन्होंने भी गड़ी ते खड़ के देखते ने, कहन लगे, पुत्रा यार अल्लाह खा जोगी कहंदा है, कलेजे में तीर वजे सी नहीं करना। पुत्रा कलेजे विच तीर भी खुब जानना, किते वेखी मुख तो सी तक ना करी। बाबा जुझार सिंह जी देखो जदों गड़ी दे विचों गए ने ते जदों तीर वजदे ने उन्हां दी भी छाती दे विच बाबा जुझार सिंह जी तलवारां दे देखो फट लगदे ने ते मुड़ के देखो गुरु गोबिंद सिंह महाराज जी दे वल वेखदे ने पातशाह जी दे दूसरे दुलारे पुत्र बाबा जुझार सिंह जी। अखां विच अखां पाउंदे ने, कोई डर नहीं गा, कोई भै नहीं गा, प्यार दीयां झलकां जिहड़ियां देखो नेत्रां विचों एक दूजे दे पैदा हो रहीआं सी। ते भाई दया सिंह जी देखते ने, कहन लगे, वाह गुरु गोबिंद सिंह सच्चे पातशाह, धन है तू, धन है गुरु पिता तू, अपने पुत्रां नूं देख, अपने अखी सामने शहीद हुंदियां देख रहा। बंदा किते आप सोचे किहड़ा अज दे समय विच बंदा होवेगा कि जिहड़ा अपने पुत्र नूं कहे कि पुत्र तू मौत वल वध। मौत वल कोई नहीं वधेगा,
ਛੋਟਾ ਜਿਹਾ ਘਰ ਵਿੱਚ ਬੱਚਾ ਹੋਵੇ, ਕੋਈ ਮਾਚਿਸ ਹੋਵੇ, ਤਿੱਖੀ ਚੀਜ਼ ਹੋਵੇ, ਮਾਂ ਉਹਦੇ ਕੋਲੋਂ ਉਹਨਾਂ ਚੀਜ਼ਾਂ ਨੂੰ, ਉਹਨਾਂ ਵਸਤੂਆਂ ਨੂੰ ਦੂਰ ਰੱਖਦੀ ਹੈ। ਪਤਾ ਹੈ ਕਿ ਇਹ ਬੱਚੇ ਲਈ ਹਾਨੀਕਾਰਕ ਬਣ ਸਕਦੀਆਂ, ਦੁੱਖ ਦਾ ਇੱਥੋਂ ਤੱਕ ਸਮਾਂ ਬਣ ਸਕਦੀਆਂ ਨੇ ਚੀਜ਼ਾਂ। ਤੇ ਧੰਨ ਹੈ ਮਾਤਾ ਗੁਜਰ ਕੌਰ ਜੀ ਕਿ ਉਹਨਾਂ ਨੂੰ ਵੀ ਪਤਾ ਨਹੀਂ ਕਿ ਉਹਨਾਂ ਦੇ ਵੱਡੇ ਕਿੱਥੇ ਨੇ ਪੋਤਰੇ, ਕਿੱਥੇ ਉਹਨਾਂ ਦਾ ਪੁੱਤਰ, ਕਿ ਕਿਸ ਥਾਂ ਦੇ ਕਿਸ ਸਮੇਂ ਦੇ ਵਿੱਚ ਜਿਹੜਾ ਇਹ ਘੜੀਆਂ ਦੇ ਨਾਲ ਲੜ ਰਹੇ ਨੇ, ਕਿੰਨੀ ਮੁਸੀਬਤ ਦਾ ਸਾਹਮਣਾ ਕਰ ਰਹੇ ਨੇ। ਤੇ ਭਾਈ ਦਇਆ ਸਿੰਘ ਜੀ ਕਹਿਣ ਲੱਗੇ, ਦਾਤਾ ਕਿਤੇ ਮਕਮਲ ਗੱਦਿਆਂ ਤੇ ਸੌਣ ਵਾਲੇ, ਕਿਤੇ ਨਾ ਕਿਤੇ ਇੱਥੋਂ ਤੱਕ ਐਸ਼ੋ ਆਰਾਮ ਕਰਨ ਵਾਲੇ ਤੇਰੇ ਇਹੋ ਜਿਹੇ ਬੱਚੇ, ਕਿ ਦੇਖ ਕਿੰਨਾ ਦੁੱਖ ਦਾ ਸਮਾਂ ਵੀ ਹੈ, ਪਰ ਤੂੰ ਇੱਥੋਂ ਤੱਕ ਜਕਾਰੇ ਦੀਆਂ ਗੂੰਜਾਂ ਲਾਉਣਾ ਹੈ ਤੇ ਕਹਿਣਾ ਹੈ ਕਿ ਸਿੱਖ ਚੜ੍ਹਦੀ ਕਲਾ ਵਿੱਚ ਰਹਿਣ, ਅਕਾਲ ਪੁਰਖ ਸੱਚੇ ਪਾਤਸ਼ਾਹ। ਵਿਦਵਾਨ ਦੀਆਂ ਸਤਰਾਂ ਨੇ ਨਾ ਬੜੇ ਸੁੰਦਰ ਬਚਨ ਲਿਖੇ ਨੇ। ਕਹਿਣ ਲੱਗੇ, ਜਦੋਂ ਬਾਬਾ ਜੁਝਾਰ ਸਿੰਘ ਜੀ ਦੇ ਛਾਤੀ ਵਿੱਚ ਤੀਰ ਵੱਜੇ ਨੇ ਨਾ, ਗੁਲਾਬ ਦਾ ਫੁੱਲ ਦੇਖਦੇ ਆ, ਕਮਲ ਦਾ ਫੁੱਲ ਦੇਖਦੇ। ਹੁਣ ਕਹਿੰਦੇ ਨੇ ਕਿ ਗੁਲਾਬ ਦਾ ਜਿਹੜਾ ਫੁੱਲ ਹੈ ਨਾ, ਉਹਦੀਆਂ ਪੰਖੜੀਆਂ ਕਿਸ ਤਰ੍ਹਾਂ ਨੇ, ਕੋਮਲ ਹੁੰਦੀਆਂ ਨੇ, ਤੇ ਕੋਮਲ ਪੰਖੜੀਆਂ ਦੇ ਵਿੱਚ ਤਿੱਖੀ ਚੀਜ਼ ਕੰਡੇ ਵੱਜਣ ਨਾ, ਤੇ ਦੇਖੋ ਕਿਸ ਤਰ੍ਹਾਂ ਉਹ ਅਸੀਂ ਮਾਸੂਮ ਕਰਦੇ ਹਾਂ ਉਸ ਚੀਜ਼ ਨੂੰ, ਕਿ ਇੰਨੀ ਮੁਲਾਇਮ ਚੀਜ਼ ਦੇ ਵਿੱਚ ਕੰਡੇ ਵੱਜ ਰਹੇ ਨੇ। ਕਹਿੰਦੇ ਨੇ ਕਿ ਬਾਬਾ ਜੁਝਾਰ ਸਿੰਘ ਜੀ ਦੀ ਛਾਤੀ ਬੜੀ ਕੋਮਲ ਹੈ, ਬੜੀ ਸੁੰਦਰਤਾ ਕਾਇਮ ਹੈ, ਕਿ ਜਦੋਂ ਦੇਖੋ ਛਾਤੀ ਤੀਰ ਵੱਜੇ ਹੋਣਗੇ ਨਾ, ਸਿੱਖਾਂ ਨੇ ਇੱਥੋਂ ਤੱਕ ਆਪਣੇ ਅੰਦਰ ਕਿਤੇ ਨਾ ਕਿਤੇ ਦੁੱਖ ਦਾ ਅਦਬ ਜਿਹੜਾ ਹੈ ਨਾ ਪੈਦਾ ਕੀਤਾ ਹੈ, ਉਹ ਰਸ। ਪਰ ਬਾਪੂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਫਿਰ ਅਕਾਲ ਪੁਰਖ ਦੇ ਸ਼ੁਕਰਾਨੇ ਵਿੱਚ ਖੜੇ ਨੇ, ਸ਼ੁਕਰਾਨਾ ਕਰਦੇ ਨੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ। ਹੁਣ ਦੇਖੋ ਦੂਸਰੇ ਪੁੱਤਰ ਵੀ ਸ਼ਹਾਦਤ ਦਾ ਜਾਮ ਪੀ ਗਏ ਨੇ ਜਦੋਂ ਧਰਤੀ ਤੇ ਡਿੱਗੇ ਨੇ, ਤੇ ਦੇਖੋ ਉਹ ਧਰਤੀ ਜਿਹੜਾ ਹੈ ਗੁਰੂ ਦੇ ਪੁੱਤਰਾਂ ਦੇ ਲਹੂ ਦੇ ਨਾਲ ਲਾਲੋ ਲਾਲ ਹੋ ਗਈ। ਇਹ ਗੱਲ ਕਹੀ ਸੀ ਜਦੋਂ ਗੜੀ ਦੇ ਅੰਦਰ ਵੜੇ ਸੀ ਨਾ, ਕਿ ਆਉਂਦੀ ਦੁਨੀਆ ਇੱਥੋਂ ਤੱਕ, ਦੁਨੀਆ ਦੇ ਲੋਕ ਇਹ ਇੱਥੋਂ ਤੱਕ ਧਰਤੀ ਨੂੰ ਪੂਜਦੇ ਰਹਿਣਗੇ। ਅੱਜ ਵੀ ਅਸੀਂ ਉਹ ਧਰਤੀ ਨੂੰ ਸਮਰਪਿਤ ਹੋਨੇ ਆ, ਔਰ ਦੂਰ ਦਰਾਡੇ ਤੋਂ ਸੰਗਤ ਆ ਕਰਕੇ ਨਮਸਤਕ ਹੁੰਦੀ ਉਸ ਪਾਵਨ ਸਥਾਨ ਤੇ, ਕਿ ਜਿੱਥੇ ਗੁਰੂ ਦੇ ਲਾਲਾਂ ਦਾ ਲਹੂ ਡੁੱਲਿਆ। ਕਿਤੇ ਵੀ ਦੇਖੋ ਜਦੋਂ ਵੀ ਸਮਾਂ ਹੁੰਦਾ ਹੈ ਨਾ, ਜਦੋਂ ਇੱਥੋਂ ਤੱਕ ਪਿਆਰ ਰਸ ਹੁੰਦਾ ਹੈ, ਤੇ ਉਦੋਂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇ ਲਾਲਾਂ ਨੂੰ ਯਾਦ ਕਰਕੇ, ਗੁਰਬਾਣੀ ਦਾ ਜਾਪ ਕਰਕੇ ਹਾਜ਼ਰੀ ਜ਼ਰੂਰ ਲਗਵਾਇਆ ਕਰੀਏ। ਦਾਤਾ ਕਰਿਓ ਕਿਰਪਾ ਕਿ ਇਹੋ ਜਿਹੇ ਇੱਥੋਂ ਤੱਕ ਸ਼ਹੀਦਾਂ ਦੇ ਗੁਣਾਂ ਨੂੰ ਅਸੀਂ ਵੀ ਆਪਣੇ ਜੀਵਨ ਵਿੱਚ ਪ੍ਰਫੁੱਲਤ ਕਰ ਸਕੀਏ, ਉਹਨਾਂ ਗੁਣਾਂ ਤੋਂ ਕੁਝ ਨਾ ਕੁਝ ਜੀਵਨ ਵਿੱਚ ਸੁਧਾਰ ਸਾਡੇ ਪੈਦਾ ਹੋਵੇ। ਆਹ ਗੱਲ ਜ਼ਰੂਰ ਸਿੱਖਿਆ ਕਰੀਏ, ਕਿਉਂਕਿ ਦੇਖੋ ਅਸੀਂ ਕਹਿੰਦੇ ਹਾਂ ਕਿ ਅਸੀਂ ਸਮਾਗਮ ਵੀ ਅਟੈਂਡ ਕਰਦੇ ਹਾਂ, ਸਤਿਗੁਰੂ ਦੇ ਚਰਨਾਂ ਵਿੱਚ ਵੀ ਬੈਠਦੇ ਹਾਂ, ਸਤਿਗੁਰੂ ਦਾ ਗਿਆਨ ਵੀ ਅਸੀਂ ਪ੍ਰਾਪਤ ਕਰਦੇ ਹਾਂ, ਪਰ ਦੇਖੋ ਜਿੰਨਾ ਚਿਰ ਪ੍ਰਾਪਤ ਜ਼ਰੂਰ ਕਰਦੇ ਹਾਂ, ਜਿੰਨਾ ਚਿਰ ਜੀਵਨ ਵਿੱਚ ਹੰਡਾਉਂਦੇ ਨਹੀਂ। ਸਾਹਿਬ ਕਹਿੰਦੇ ਮੇਰੇ ਅੰਦਰ ਖੁਸ਼ੀ ਕਿਵੇਂ ਪੈਦਾ ਹੋਵੇ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਆਪਣੇ ਸਿੱਖਾਂ ਨੂੰ ਇਹ ਭਾਣਾ ਮੰਨਣ ਦਾ ਬਲ ਹੀ ਦਿੱਤਾ ਸੀ। ਛੋਟੀ ਜੀ ਹਿੰਟ ਮੈਂ ਆਪ ਨਾਲ ਸਾਂਝੀ ਕਰਾਂ, ਫਿਰ ਵਿਸ਼ੇ ਵੱਲ ਆਵਾਂਗੇ। ਜਦੋਂ ਵੀ ਗੁਰੂ ਦੇ ਚਰਨਾਂ ਵਿੱਚ ਅਸੀਂ ਸਮਰਪਿਤ ਹੁੰਦੇ ਹਾਂ ਨਾ, ਤੇ ਗੁਰੂ ਦੇ ਕੋਲੋਂ ਇੱਕ ਬੇਨਤੀ ਕਰਕੇ ਦਾਤ ਮੰਗਦੇ ਹਾਂ, ਦਾਤਾ ਆਪ ਤੁਸੀਂ ਕਿਰਪਾ ਕਰਿਓ ਜੀ। ਇਹ ਬੇਨਤੀ ਅਸੀਂ ਕਰਦੇ ਹਾਂ ਤੇ ਗੁਰੂ ਦੀ ਬਾਣੀ ਵਿੱਚ ਸ਼ਬਦ ਵੀ ਜ਼ਰੂਰ ਪੜ੍ਹਦੇ ਹਾਂ, ਦੱਦਾ ਦਾਤਾ ਏਕ ਹੈ ਸਭ ਕੋ ਦੇਵਨਹਾਰ, ਦੇਂਦੇ ਟੋਟ ਨਾ ਆਵਈ ਅਗਣਤ ਭਰੇ ਭੰਡਾਰ। ਕਿ ਤੇਰੇ ਘਰ ਵਿੱਚ ਖਜ਼ਾਨੇ ਭਰੇ ਨੇ। ਹਰ ਕੋਈ ਇੱਥੋਂ ਤੱਕ ਕਹਿੰਦਾ ਏ ਕਿ ਪੁੱਤਰ ਦੀ ਦਾਤ ਬਖਸ਼ੀ, ਸਾਡੇ ਬੱਚਿਆਂ ਨੂੰ ਨੌਕਰੀ ਦੀ ਦਾਤ ਬਖਸ਼ੀ, ਵਿੱਦਿਆ ਦੀ ਦਾਤ ਬਖਸ਼ੀ, ਚੰਗਾ ਕਾਰੋਬਾਰ ਬਖਸ਼ੀ, ਪੈਰਾਂ ਤੇ ਸੈਟਲ ਹੋ ਜਾਣ। ਇੱਥੋਂ ਤੱਕ ਅਰਦਾਸਾਂ ਕਰਦੇ ਹਾਂ ਸਤਿਗੁਰੂ ਦੇ ਚਰਨਾਂ ਵਿੱਚ ਕਿ ਪਰਿਵਾਰ ਵਿੱਚ ਸੁੱਖ ਸ਼ਾਂਤੀ ਬਣਾ ਕੇ ਰੱਖਿਓ। ਪਰ ਸਾਹਿਬ ਕਹਿੰਦੇ ਭਾਗਾਂ ਵਾਲੇ ਪੁਰਖਾ ਤੇਰੇ ਕੋਲੋਂ ਵੀ ਕੁਝ ਮੰਗਦਾ ਹੈ। ਜਦੋਂ ਅਸੀਂ ਬਾਣੀ ਪਿਆਰ ਨਾਲ ਪੜਾਂਗੇ ਤੇ ਪਾਤਸ਼ਾਹ ਕਹਿੰਦੇ ਨੇ ਮਨ ਵੇਚੈ ਸਤਿਗੁਰ ਕੇ ਪਾਸ, ਤਿਸ ਸੇਵਕ ਕੇ ਕਾਰਜ ਰਾਸ, ਸੇਵਾ ਕਰਤ ਹੋਏ ਨਿਹਕਾਮੀ, ਤਿਸ ਕੋ ਹੋਤ ਪ੍ਰਾਪਤ ਸੁਆਮੀ। ਜਿੰਨੇ ਮਨ ਗੁਰੂ ਨੂੰ ਰੱਖਿਆ ਏ, ਕੁਰਬਾਨ ਕੀਤਾ ਏ, ਤੇ ਗੁਰੂ ਨੂੰ ਪ੍ਰਾਪਤ ਹੋਵੇਗਾ ਜ਼ਰੂਰ। ਸਤਿਗੁਰੂ ਦਾ ਬਚਨ ਅਸੀਂ ਰੋਜ਼ਾਨਾ ਗੁਰੂ ਦੇ ਸਿੱਖ ਹੋਣ ਦੇ ਨਾਤੇ ਪੜ੍ਹਦੇ ਹਾਂ ਨਾ, ਹਰ ਕੋਈ ਦੇਖੋ ਜੀ ਨਿਤਨੇਮ ਬਾਣੀ ਵਿੱਚ ਆਨੰਦ ਸਾਹਿਬ ਦੇ ਇੱਥੋਂ ਤੱਕ ਉਸ ਗੁਣ ਨੂੰ ਚੇਤੇ ਕਰਦੇ ਹਾਂ। ਤਨ ਮਨ ਧਨ ਸਭ ਸੌਂਪ ਗੁਰੂ ਕੋ, ਅੱਗੇ ਬਚਨ ਪੜ੍ਹਦੇ ਹਾਂ, ਹੁਕਮ ਮੰਨਿਆ ਪਾਈਏ। ਜੇ ਗੁਰੂ ਦਾ ਹੁਕਮ ਅਸੀਂ ਇੱਥੋਂ ਤੱਕ ਪ੍ਰਾਪਤ ਕਰਾਂਗੇ ਨਾ, ਤੇ ਗੁਰੂ ਨੂੰ ਵੀ ਪ੍ਰਾਪਤ ਕਰ ਲਵਾਂਗੇ। ਜੇ ਜੀਵਨ ਵਿੱਚ ਗੁਣ ਪੈਦਾ ਹੋਵੇਗਾ। ਗੁਰੂ ਸਾਡੇ ਕੋਲੋਂ ਦੇਖੋ ਜੀ ਇਹ ਚੀਜ਼ ਨਹੀਂ ਮੰਗਦੇ ਕਿ ਮੇਰੇ ਅੱਗੇ ਭਾਗਾਂ ਵਾਲਿਆ ਕਿਤੇ ਵੱਧ ਇੱਥੋਂ ਤੱਕ ਨੋਟ ਅਰਪਣ ਕਰ ਦੇਵੀਂ। ਸਾਹਿਬ ਕਹਿੰਦੇ ਮੈਨੂੰ ਇਹਨਾਂ ਚੀਜ਼ਾਂ ਦੇ ਨਾਲ ਕੋਈ ਵਾਹ ਵਾਸਤਾ ਨਹੀਂਗਾ, ਮੈਨੂੰ ਕੇਵਲ ਤਾਂ ਕੇਵਲ ਤੇਰੇ ਮਨ ਦੀ ਪ੍ਰੀਤ ਭਾਉਂਦੀ ਹੈ, ਤੇਰੇ ਮਨ ਦੀ ਵਿਚਾਰਧਾਰਾ ਭਾਉਂਦੀ ਹੈ। ਆਪਣਾ ਮਨ ਮੇਰੇ ਚਰਨਾਂ ਵਿੱਚ ਅਰਪਣ ਕਰ ਦੇਵੀਂ, ਤੇਰਾ ਮੈਂ ਹੋ ਜਾਵਾਂਗਾ ਤੇ ਤੂੰ ਮੇਰਾ ਬਣ ਜਾਵਾਂ।
ਗੁਰੂ ਕੇਵਲ ਤਾਂ ਕੇਵਲ ਇੱਕੋ ਆ ਮਨ ਦੀ ਇੱਥੋਂ ਤੱਕ ਵਡਿਆਈ ਮੰਗਦੇ ਨੇ ਕਿ ਮਨਾ ਤੂੰ ਗੁਰੂ ਦੇ ਚਰਨਾਂ ਵਿੱਚ ਟਿਕ ਜਾ ਤੇ ਗੁਰੂ ਇੱਥੋਂ ਤੱਕ ਤੇਰੇ ਤੇ ਕਿਰਪਾ ਕਰ ਦੇਵੇ। ਜਿੱਦਣ ਅਸੀਂ ਕਵਾਂਗੇ ਨਾ ਕਿ ਸਤਿਗੁਰੂ ਦਾਤਾ ਇਹ ਮਨ ਅਸੀਂ ਤੇਰੇ ਮਗਰ ਜੋੜਾਂਗੇ, ਆਪਣੀ ਮਨ ਆਈ ਘੱਟ ਕਰਾਂਗੇ, ਉਦੋਂ ਤੋਂ ਇਹ ਗੱਲ ਕਵਾਂਗੇ ਕਿ ਸਤਿਗੁਰੂ ਦਾਤਾ ਅਸੀਂ ਤੇਰੇ ਆ, ਤੂੰ ਸਾਡਾ ਹੈ, ਤੇ ਗਰੀਬੜਿਆਂ ਦੀ ਲਾਜ ਰੱਖ ਲਵੀਂ, ਤੇ ਤੇਰੇ ਘਰ ਵਿੱਚ ਸਭ ਕੁਝ ਦਾਤਾਂ ਜਿਹੜੀਆਂ ਹੈ ਨੇ ਤੇ ਉਹ ਵਡਿਆਈਆਂ ਵੀ ਆਪੇ ਦਿੰਦਾ ਹੈ, ਜਿਹਦੇ ਤੇ ਗੁਰੂ ਕਿਰਪਾ ਕਰ ਦੇਵੇ। ਦਾਤੇ ਦਾਤ ਰੱਖੀ ਹੱਥ ਆਪਣੇ, ਜਿਸ ਭਾਵੇ ਤਿਸ ਦੇਈ। ਜਿਹਨੂੰ ਭਾਵੇ ਤੇ ਉਹਨੂੰ ਦਿੰਦਾ ਵੀ ਹੈ ਗੁਰੂ, ਕਿ ਜਿਹਦਾ ਮਨ ਇੱਥੋਂ ਤੱਕ ਰੀਝਿਆ ਜਾਂਦਾ ਹੈ ਬਾਣੀ ਵਿੱਚ, ਜਿਹਦਾ ਮਨ ਜੁੜ ਜਾਂਦਾ ਹੈ ਸਾਹਿਬ, ਉਹਨੂੰ ਇੱਥੋਂ ਤੱਕ ਚੀਜ਼ਾਂ ਵੀ ਪ੍ਰਦਾਨ ਕਰਦੇ। ਤੇ ਸਤਿਗੁਰੂ ਨੂੰ ਇਹ ਭਰੋਸਾ ਜਿਹੜਾ ਹੋ ਗਿਆ ਸੀ, ਅਕਾਲ ਪੁਰਖ ਨੇ ਇੱਥੋਂ ਤੱਕ ਵਡਿਆਈ ਬਖਸ਼ੀ ਸੀ ਕਿ ਜਿਹੜੀ ਇੱਥੋਂ ਤੱਕ ਸ਼ਹਾਦਤ ਦੀ ਦਾਸਤਾਨ ਜਿਹੜੀ ਗੁਰੂ ਨੂੰ ਇੱਥੋਂ ਤੱਕ ਪਤਾ ਸੀ ਕਿ ਮੇਰੇ ਪੁੱਤਰਾਂ ਦੀ ਸ਼ਹੀਦੀ ਹੋਣੀ ਹੈ, ਭਾਣਾ ਮੰਨਣ ਦਾ ਬਲ ਸੀ ਗੁਰੂ ਦੇ ਅੰਦਰ, ਗੁਰੂ ਦੇ ਸਿੱਖਾਂ ਦੇ ਅੰਦਰ। ਸਤਿਗੁਰੂ ਦੇਖੋ ਗੜੀ ਤੇ ਜਦੋਂ ਖੜੇ ਨੇ ਨਾ, ਪੁੱਤਰ ਨੂੰ ਤੱਕਦੇ ਨੇ ਕਿ ਸ਼ਹਾਦਤ ਦਾ ਜਾਮ ਪੀ ਗਏ ਨੇ ਮੇਰੇ ਦੂਸਰੇ ਪੁੱਤਰ ਬਾਬਾ ਜੁਝਾਰ ਸਿੰਘ ਜੀ। ਤੇ ਹੁਣ ਦੇਖੋ ਜੀ ਭਾਈ ਦਇਆ ਸਿੰਘ ਜੀ ਨੇ ਬੇਨਤੀ ਕੀਤੀ, ਦਾਤਾ ਇਹ ਬੇਨਤੀ ਨੂੰ ਪ੍ਰਵਾਨ ਕਰਿਓ ਜੀ, ਤੁਹਾਡੇ ਵਰਗਾ ਇੱਥੋਂ ਤੱਕ ਗੁਰੂ ਪਿਤਾ ਕੋਈ ਨਹੀਂ ਹੋ ਸਕਦਾ, ਸਾਨੂੰ ਤੇਰੇ ਵਰਗਾ ਗੁਰੂ ਨਹੀਂ ਕਿਤੋਂ ਲੱਭਣਾ, ਤੁਸੀਂ ਇਸ ਥਾਂ ਨੂੰ ਛੱਡ ਕੇ ਕਿਤੇ ਹੋਰ ਵਸੇਬਾ ਕਰ ਲਿਓ। ਤੁਹਾਨੂੰ ਭਾਈ ਦਇਆ ਸਿੰਘ ਜੀ ਇਹ ਬਚਨ ਕਹਿ ਰਹੇ ਨੇ ਕਿ ਗੁਰੂ ਪਿਤਾ ਜੀ ਤੁਹਾਨੂੰ ਇੱਥੋਂ ਤੱਕ ਦਇਆ ਸਿੰਘ ਵਰਗੇ ਹੋਰ ਸਿੱਖ ਬਹੁਤ ਮਿਲ ਜਾਣੇ ਨੇ, ਪਰ ਸਾਨੂੰ ਸਿੱਖਾਂ ਨੂੰ ਤੇਰੇ ਵਰਗਾ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੀ ਸਰਕਾਰ ਨਹੀਂ ਲੱਭਣੀ, ਕਿਤੋਂ ਵੀ ਤੇਰੇ ਵਰਗਾ ਗੁਰੂ ਨਹੀਂ ਗਾ ਮਿਲਣਾ ਕਿਤੋਂ, ਤੁਸੀਂ ਇਸ ਗੜੀ ਨੂੰ ਛੱਡ ਦਿਓ ਹਾਂ ਦਾਤਾ ਜੀ। ਕਿ ਇਹ ਜਿਹੜੀ ਮੁਗਲ ਹਕੂਮਤ ਹੈ ਇਹ ਦੇਖੋ ਜੀ ਚੜ੍ਹ ਕੇ ਅੱਗੇ ਵੱਧ ਕੇ ਆ ਰਹੀ ਹੈ, ਅਸੀਂ ਇਹਨਾਂ ਨੂੰ ਰੋਕ ਲਵਾਂਗੇ। ਸਤਿਗੁਰੂ ਦਾ ਚਿਹਰਾ ਦੇਖੋ ਭਾਈ ਸੰਗਤ ਸਿੰਘ ਜੀ ਦੇ ਨਾਲ ਮਿਲਦਾ ਸੀ, ਕਹਿੰਦੇ ਉੱਥੇ ਗੁਰਮਤਾ ਸੋਧਿਆ, ਗੁਰਮਤਾ ਜਿਹੜਾ ਹੈ ਨਾ ਬਣਾਇਆ, ਉੱਥੇ ਜਾਰੀ ਕੀਤਾ ਗਿਆ, ਜਿਹਨੂੰ ਕਹਿੰਦੇ ਵਿਚਾਰ ਵਟਾਂਦਰਾ ਜਿਹੜਾ ਹੈ ਨਾ ਬੈਠ ਕੇ ਸਿੱਖ ਸਮਝੌਤਾ ਕਰਦੇ। ਹੁਣ ਦੇਖੋ ਜੀ ਵਿਚਾਰ ਵਟਾਂਦਰਾ ਸਾਰਾ ਸਮਝੌਤਾ ਕੀਤਾ ਤੇ ਸਤਿਗੁਰੂ ਨੂੰ ਬੇਨਤੀ ਕੀਤੀ ਸਿੱਖਾਂ ਨੇ, ਦਾਤਾ ਬੇਨਤੀ ਨੂੰ ਪ੍ਰਵਾਨ ਕਰ ਲਿਓ ਜੀ। ਆਪਣੀ ਕਲਗੀ ਲਾਹ ਕੇ ਤੇ ਭਾਈ ਸੰਗਤ ਸਿੰਘ ਜੀ ਦੇ ਸਿਰ ਤੇ ਲਗਾ ਦਿੱਤੀ। ਮੈਂ ਇੱਕ ਦਿਨ ਵਿਦਵਾਨ ਦੀ ਬੜੀ ਸੁੰਦਰ ਲਿਖਤ ਪੜ੍ਹ ਰਿਹਾ ਸੀ, ਕਹਿੰਦੇ ਕਿ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਤੋਂ ਇੱਕ ਦਿਨ ਬਾਅਦ ਦੇ ਵਿੱਚ ਭਾਈ ਸੰਗਤ ਸਿੰਘ ਜੀ ਦਾ ਜਨਮ ਹੁੰਦਾ ਹੈ। ਚਿਹਰਾ ਉਹਨਾਂ ਦਾ ਇੱਕੋ ਜਿਹਾ ਰਲਦਾ ਸੀ, ਜਿੱਥੇ ਦੇਖੋ ਕਹਿੰਦੇ ਨਾ ਸੀ ਕਿ ਚਿਹਰਾ ਰਲਦਾ ਹੁੰਦਾ ਹੈ, ਤੇ ਉੱਥੇ ਕਈ ਵਾਰੀ ਕਹਿੰਦੇ ਦਿਲ ਨਹੀਂ ਗੇ ਰਲਦੇ ਹੁੰਦੇ। ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦਾ ਦੇਖੋ ਜਿਹੜਾ ਚਿਹਰਾ ਸੀ, ਜੇ ਭਾਈ ਸੰਗਤ ਸਿੰਘ ਜੀ ਦੇ ਨਾਲ ਰਲਦਾ ਸੀ, ਭਾਈ ਸੰਗਤ ਸਿੰਘ ਜੀ ਦਾ ਚਿਹਰਾ ਸੱਚੇ ਪਿਤਾ ਦੇ ਨਾਲ ਰਲਦਾ ਸੀ, ਤੇ ਦਿਲ ਵੀ ਦੇਖੋ ਜੀ ਉਹਨਾਂ ਦਾ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇ ਨਾਲ ਰਲਦਾ ਸੀ। ਕਈ ਥਾਵਾਂ ਤੇ ਚਿਹਰੇ ਰਲਦੇ ਹੁੰਦੇ ਨੇ, ਪਰ ਅੰਦਰੋਂ ਦੇਖੋ ਜੀ ਦਿਲ ਨਹੀਂ ਗੇ ਰਲਦੇ, ਬੰਦੇ ਦੀਆਂ ਆਦਤਾਂ ਨਹੀਂ ਗੀਆਂ ਰਲਦੀਆਂ। ਚਿਹਰੇ ਬਹੁਤ ਲੱਖਾਂ ਇੱਥੋਂ ਤੱਕ ਜਿਹੜੇ ਰਲਦੇ ਮਿਲ ਜਾਣਗੇ। ਸੱਚੀ ਸਰਕਾਰ ਦੇ ਵਰਗਾ ਦਿਲ ਸੀ ਭਾਈ ਸੰਗਤ ਸਿੰਘ ਜੀ ਦਾ, ਗੜੀ ਦੇ ਵਿੱਚ ਨੇ ਉਹ ਵੀ। ਸਤਿਗੁਰੂ ਦੇਖੋ ਰਾਤ ਨੂੰ ਨਾ ਪੁੱਤਰ ਸ਼ਹੀਦ ਹੋਏ, 3 ਪਿਆਰੇ ਸ਼ਹਾਦਤ ਦਾ ਜਾਮ ਪੀ ਗਏ, ਤੇ ਸਿੱਖ ਜਿਹੜੇ ਨਾ ਤਕਰੀਬਨ ਇਤਿਹਾਸ ਵਿੱਚ ਆਉਂਦਾ ਹੈ 34 ਸਿੱਖ ਜਿਹੜੇ ਸ਼ਹਾਦਤ ਦਾ ਜਾਮ ਪੀ ਗਏ। ਤੇ ਸਤਿਗੁਰੂ ਦੇਖੋ ਗੜੀ ਦੇ ਵਿੱਚੋਂ ਰਵਾਨਾ ਹੋਣ ਲੱਗੇ। ਇੱਕ ਲਿਖਤ ਬਿਆਨ ਕਰਦੀ ਵਿਚਾਰ ਕਿ ਜਦੋਂ ਗੜੀ ਦੇ ਵਿੱਚੋਂ ਨਿਕਲਣ ਲੱਗੇ ਨਾ, ਤੇ ਭਾਈ ਦਇਆ ਸਿੰਘ ਜੀ ਸਤਿਗੁਰੂ ਦੇ ਨਾਲ ਨੇ, ਤੇ ਭਾਈ ਦਇਆ ਸਿੰਘ ਜੀ ਦੇਖੋ ਕਮਰ ਕੱਸਾ ਲਗਾਇਆ ਹੋਇਆ ਹੈ, ਤੇ ਸਤਿਗੁਰੂ ਦੇ ਚਰਨਾਂ ਦੇ ਨਾਲ ਕੱਪੜਾ ਜਿਹੜਾ ਸੀ ਨਾ ਬਾਬਾ ਅਜੀਤ ਸਿੰਘ ਜੀ ਦੇ ਤਨ ਦਾ ਦੇਖੋ ਜੀ ਪੈਰ ਦੇ ਨਾਲ ਅੜਿਆ, ਤੇ ਸਤਿਗੁਰੂ ਫਿਰ ਅੱਗੇ ਨੂੰ ਵੱਧ ਗਏ ਨੇ। ਵੇਖਿਆ ਵੀ ਕਿ ਮੇਰਾ ਪੁੱਤਰ ਹੈ ਬਾਬਾ ਅਜੀਤ ਸਿੰਘ, ਅੱਗੇ ਵੱਧ ਗਏ ਨੇ, ਕੈਸਾ ਜਿਗਰਾ ਹੈ ਜੀ। ਤੇ ਨਾਲ ਭਾਈ ਦਇਆ ਸਿੰਘ ਜੀ ਤੇ ਹੱਥ ਜੋੜ ਕੇ ਬੇਨਤੀ ਕਰਨ ਲੱਗੇ, ਦਾਤਾ ਕਿਰਪਾ ਕਰੀ, ਰਹਿਮਤ ਕਰੀ, ਅੱਜ ਤੇਰੇ ਪੁੱਤਰਾਂ ਨੂੰ ਇੱਥੋਂ ਤੱਕ ਸ਼ਹੀਦ ਹੁੰਦਿਆਂ ਮੇਰੇ ਕੋਲੋਂ ਤੱਕਿਆ ਨਹੀਂ ਜਾ ਰਿਹਾ। ਕੋਈ ਵੱਖਰੀ ਗੱਲ ਆਪਣੀ ਜੀਭਾਂ ਤੋਂ ਉਚਾਰਨ ਕਰਦੇ ਸੀ, ਕਹਿੰਦੇ ਕਿਤੇ ਆਨੰਦਪੁਰ ਦੀ ਪਾਵਨ ਧਰਤੀ ਤੇ ਹੁੰਦੇ ਤੇ ਸਿੱਖ ਸੰਗਤਾਂ ਨੇ ਦੇਖੋ ਮਹਿੰਗੇ ਦੁਸ਼ਾਲੇ ਤੇਰੇ ਪੁੱਤਰਾਂ ਦੇ ਤਨ ਤੇ ਪਾਉਣ ਲਈ ਲੈ ਕੇ ਆ ਜਾਣਾ ਸੀ। ਅੱਜ ਕਿਰਪਾ ਕਰੀ, ਆ ਨਿਮਾਣੇ ਸਿੱਖ ਦੇ ਕੋਲੋਂ ਕੁਝ ਨਹੀਂ ਗਾ, ਕੇਵਲ ਤਾਂ ਕੇਵਲ ਕਮਰ ਕੱਸਾ ਤੇ ਗਲ 'ਚ ਪਾਇਆ ਹਜ਼ੂਰੀਆ ਹੀ। ਦਾਤਾ ਮੈਂ ਤੇਰੇ ਤੋਂ ਤੱਕ ਪੁੱਤਰ ਦਾ ਬਾਬਾ ਅਜੀਤ ਸਿੰਘ ਜੀ ਦਾ ਚਿਹਰਾ ਢੱਕਣਾ ਚਾਹੁੰਦਾ। ਇਹ ਬੇਨਤੀ ਕੀਤੀ। ਜਦੋਂ ਢੱਕਣ ਲੱਗੇ ਕਹਿੰਦੇ ਮੇਰੇ ਮਨ ਦੀ ਇਹ ਤਮੰਨਾ ਹੈ। ਜਦੋਂ ਚਿਹਰਾ ਢੱਕਣ ਲੱਗੇ ਸਤਿਗੁਰੂ ਨੇ ਭਾਈ ਦਇਆ ਸਿੰਘ ਜੀ ਦੇ ਹੱਥ ਫੜ ਲੈ, ਕਹਿਣ ਲੱਗੇ ਭਾਈ ਦਇਆ ਸਿੰਘ ਜੀ ਇਸ ਤਰ੍ਹਾਂ ਦਾ ਕੰਮ ਨਹੀਂ ਗਾ ਕਰਨਾ। ਹੱਥ ਜੋੜ ਕੇ ਕਹਿਣ ਲੱਗੇ ਦਾਤਾ ਕੀ ਗੱਲ, ਤੁਸੀਂ ਸਾਨੂੰ ਇੱਥੋਂ ਤੱਕ ਚਿਹਰਾ ਕਿਉਂ ਨਹੀਂ ਢੱਕਣ ਦਿੰਦੇ? ਕਹਿਣ ਲੱਗੇ ਤੂੰ ਅੱਜ ਪੁੱਤਰ ਦੇ ਚਿਹਰੇ ਨੂੰ ਢੱਕ ਦੇਵੇਂਗਾ, ਦੇਖ
ਮੇਰਾ ਪਿਆਰਾ ਭਾਈ ਹਿੰਮਤ ਸਿੰਘ ਵੀ ਲਾਗੇ ਸ਼ਹੀਦ ਹੋਇਆ ਏ, ਉਹਦਾ ਤਨ ਵੀ ਪਿਆ ਏ, ਉਹਦਾ ਤਨ ਕੌਣ ਢੱਕੇਗਾ? ਤੂੰ ਮੇਰੇ ਪੁੱਤਰਾਂ ਦਾ ਤੇ ਇੱਥੋਂ ਤੱਕ ਚਿਹਰਾ ਢੱਕ ਲਵੇਂਗਾ, ਮੇਰੇ 40 ਪੁੱਤਰਾਂ ਦਾ ਕੌਣ ਚਿਹਰਾ ਢੱਕੇਗਾ? ਮੈਂ ਲੋਕਾਂ ਦੇ ਕੋਲੋਂ ਗੱਲਾਂ ਕਰਾਵਾਂਗਾ? ਦੇਖੋ ਸਤਿਗੁਰੂ ਜੀ ਦਾ ਇੱਥੋਂ ਤੱਕ ਉਹ ਜੀਵਨ ਕੈਸਾ ਹੈ ਜੀ, ਕੈਸੀਆਂ ਇੱਥੋਂ ਤੱਕ ਰੁਚੀਆਂ ਜਿਹੜੀਆਂ ਜੀਭਾਂ ਤੋਂ ਉਚਰਨ ਹੋ ਰਹੀਆਂ ਨੇ। ਕਹਿਣ ਲੱਗੇ ਭਾਈ ਦਇਆ ਸਿੰਘ ਜੀ ਚਿਹਰਾ ਨਹੀਂ ਢੱਕਣਾ। ਭਾਈ ਦਇਆ ਸਿੰਘ ਜੀ ਹੱਥ ਜੋੜ ਕੇ ਕਹਿਣ ਲੱਗੇ, ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ, ਤੂੰ ਵੀ ਧੰਨ ਹੈ, ਤੇਰੀ ਵਡਿਆਈ ਵੀ ਧੰਨ ਹੈ, ਤੇਰੇ ਵਰਗਾ ਇੱਥੋਂ ਤੱਕ ਗੁਰੂ ਪਿਤਾ ਜ਼ਿੰਦਗੀ ਦੇ ਵਿੱਚ ਕੋਈ ਨਹੀਂ ਗਾ ਸਾਨੂੰ ਮਿਲ ਸਕਦਾ। ਸੱਚੇ ਪਿਤਾ ਦੇ ਇੱਥੋਂ ਤੱਕ ਚਰਨਾਂ ਵਿੱਚ ਹਾਜ਼ਰੀ ਲਵਾਓ। ਸਾਰੀ ਸੰਗਤ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਸਮਰਪਿਤ ਹੋ ਕੇ ਆਪਣੀ ਜੀਭਾ ਤੋਂ ਉਹਨਾਂ ਨੂੰ ਯਾਦ ਕਰਨਾ ਹੈ ਕਿ ਸੱਚੇ ਪਾਤਸ਼ਾਹ, ਸੱਚੀ ਸਰਕਾਰ, ਤੇਰੇ ਵਰਗਾ ਪਿਤਾ ਕੋਈ ਨਹੀਂ ਹੋ ਸਕਦਾ। ਨੇਤਰ ਕਰਿਓ ਬੰਦ, ਸੀਸ ਝੁਕਾਓ ਸਤਿਗੁਰੂ ਦੇ ਚਰਨਾਂ ਦੇ ਵਿੱਚ ਤੇ ਨਾਲ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਅਰਾਧੀਏ। ਧੰਨ ਗੁਰੂ ਗੁਰ ਗੋਬਿੰਦ ਸਿੰਘ ਜੀ, ਧੰਨ ਗੁਰੂ ਗੁਰ ਗੋਬਿੰਦ ਸਿੰਘ ਜੀ। ਧੰਨ ਗੁਰੂ ਗੁਰ ਗੋਬਿੰਦ ਸਿੰਘ ਜੀ, ਧੰਨ ਗੁਰੂ ਗੁਰ ਗੋਬਿੰਦ ਸਿੰਘ ਜੀ। ਧੰਨ ਗੁਰੂ ਗੁਰ ਗੋਬਿੰਦ ਸਿੰਘ ਜੀ, ਧੰਨ ਗੁਰੂ ਗੁਰ ਗੋਬਿੰਦ ਸਿੰਘ ਜੀ। ਧੰਨ ਗੁਰੂ ਗੁਰ ਗੋਬਿੰਦ ਸਿੰਘ ਜੀ, ਧੰਨ ਗੁਰੂ ਗੁਰ ਗੋਬਿੰਦ ਸਿੰਘ ਜੀ। ਆਪਣੇ ਜਦੋਂ ਅਸੀਂ ਦਿਲ ਤੇ ਹਿਰਦੇ ਤੇ ਹੱਥ ਰੱਖ ਕੇ ਗੱਲ ਨੂੰ ਚੇਤੇ ਕਰਾਂਗੇ ਨਾ ਕਿ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ, ਤੇਰੇ ਵਰਗਾ ਪੁੱਤਰ ਕੋਈ ਨਹੀਂ ਹੋ ਸਕਦਾ, ਤੇਰੇ ਵਰਗਾ ਪਤੀ ਕੋਈ ਨਹੀਂ ਹੋ ਸਕਦਾ, ਤੇਰੇ ਵਰਗਾ ਇੱਥੋਂ ਤੱਕ ਪਿਤਾ ਕੋਈ ਨਹੀਂ ਹੋ ਸਕਦਾ, ਤੇ ਪਾਤਸ਼ਾਹ ਤੇਰੇ ਵਰਗਾ ਪੋਤਰਾ ਕੋਈ ਨਹੀਂ ਹੋ ਸਕਦਾ। ਇੰਨੀ ਵੱਡੀ ਕੁਰਬਾਨੀ ਇਸ ਸਿੱਖ ਜਗਤ ਦੇ ਵਿੱਚ ਆਪ ਜੀ ਨੇ ਝੱਲੀ ਹੈ। ਪਿਤਾ ਦੇ ਇੱਥੋਂ ਤੱਕ ਸੀਸ ਨੂੰ ਤੱਕਿਆ, ਸੀ ਨਹੀਂ ਕੀਤੀ। ਪਰਿਵਾਰ ਦਾ ਵਿਛੋੜਾ ਹੋਇਆ, 3 ਟੋਟੇ ਹੋ ਗਏ ਨੇ ਪਰਿਵਾਰ ਦੇ, 3 ਹਿੱਸਿਆਂ ਵਿੱਚ, ਕਿਤੇ ਹਾਏ ਤੱਕ ਨਹੀਂ ਕੀਤੀ। ਅੱਖਾਂ ਦੇ ਸਾਹਮਣੇ ਤੇਰਾ ਪੁੱਤਰ ਬਾਬਾ ਅਜੀਤ ਸਿੰਘ ਸ਼ਹੀਦ ਹੋ ਗਿਆ, ਸੀ ਤੱਕ ਨਹੀਂ ਕੀਤੀ। ਤੇ ਦੇਖ ਅੰਮੀ ਮਾਤਾ ਜਿਹੜੀ ਬਜ਼ੁਰਗ ਹੈ, ਪਤਾ ਨਹੀਂ ਕਿੱਥੇ ਵਿਛੋੜਾ ਪਿਆ ਏ, ਕਿਤੇ ਹਾਏ ਤੱਕ ਨਹੀਂ ਕੀਤੀ, ਉਸ ਰੱਬ ਨੂੰ ਕੋਸਿਆ ਤੱਕ ਨਹੀਂ। ਤੇ ਛੋਟੇ ਜਿਹੇ ਲਾਲਾਂ ਦਾ ਪਤਾ ਕੁਝ ਨਹੀਂ ਕਿ ਕਿੱਥੇ, ਕਿਤੇ ਭੁੱਖੇ ਨਾ ਹੋਣ, ਕਿਤੇ ਉਹਨਾਂ ਨੇ ਨੀਂਦ ਨਹੀਂ ਪੂਰੀ ਕੀਤੀ ਹੋਣੀ, ਸੀ ਤੱਕ ਨਹੀਂ ਕੀਤੀ। ਦੁੱਖ ਨਹੀਂ ਇੱਥੋਂ ਤੱਕ ਆਪਣੇ ਜੀਵਨ ਵਿੱਚ ਪੈਦਾ ਕੀਤਾ, ਗਮੀ ਨਹੀਂ ਅੰਦਰ ਪੈਦਾ ਕੀਤੀ। ਧੰਨ ਹੈ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ। ਤੁਸੀਂ ਦੇਖੋ ਜਦੋਂ ਗੜੀ ਦੇ ਵਿੱਚੋਂ ਗਏ ਨਾ, ਤੇ ਇਹ ਗੱਲ ਜਿਹੜੀ ਕਹਿ ਦਿੱਤੀ, ਕਹਿਣ ਲੱਗੇ ਹਿੰਦ ਦਾ ਪੀਰ ਜਾ ਰਿਹਾ, ਸਿੱਖਾਂ ਦਾ ਗੁਰੂ ਜਾ ਰਿਹਾ, ਕਿਸੇ 'ਚ ਹਿੰਮਤ ਹੈ ਤੇ ਰੋਕਣਾ ਚਾਹੁੰਦਾ ਹੈ ਰੋਕ ਲਓ। ਉੱਥੇ ਹਫੜਾ ਦਫੜੀ ਕਹਿੰਦੇ ਤੁਰਕਾਂ 'ਚ ਮੱਚ ਗਈ, ਮੁਗਲਾਂ ਦੇ ਵਿੱਚ ਆਪਸ ਦੇ ਵਿੱਚ ਹੀ। ਦੇਖੋ ਕੋਈ ਤਲਵਾਰ ਕੱਢੀ ਫਿਰਦਾ ਹੈ, ਕਿਸੇ ਨੇ ਇੱਕ ਦੂਜੇ ਨੂੰ ਆਪਸ ਵਿੱਚ ਹੀ ਵੱਢ ਦਿੱਤਾ ਹੈ, ਕਿਸੇ ਨੂੰ ਕੁਝ ਨਹੀਂ ਸੀ ਪਤਾ ਲੱਗ ਰਿਹਾ, ਕਿਉਂਕਿ ਸਿੱਖਾਂ ਦਾ ਡਰ ਹੀ ਇੰਨਾ ਸੀ ਇਹਨਾਂ ਨੂੰ। ਜਦੋਂ ਦੇਖੋ ਅਸੀਂ ਬਾਬਾ ਬੋਤਾ ਸਿੰਘ ਜੀ, ਬਾਬਾ ਗਰਜਾ ਸਿੰਘ ਜੀ ਦਾ ਜੀਵਨ ਪੜਾਂਗੇ ਨਾ, ਉਦੋਂ ਦੇਖਿਓ ਕਿਤੇ ਝਾੜੀਆਂ ਦੇ ਓਲੇ, ਦੇਖੋ ਕਿਤੇ ਥੋੜੀ ਜਿਹੀ ਸ਼ਰਨ ਲਈ ਨਾ, ਤੇ ਕਿਤੇ ਪੱਤੇ ਹਿਲਦੇ ਦਿਸ ਜਾਂਦੇ ਸੀ। ਮੁਗਲ ਘੂਮ ਤੇ ਇੱਥੋਂ ਤੱਕ 10-10, 20-20 ਜਾਣਿਆਂ ਦਾ ਇਕੱਠ ਹੁੰਦਾ ਸੀ। ਗੱਲਾਂ ਕਹਿ ਦਿੰਦੇ ਸੀ ਇਹ ਸਿੱਖ ਇੱਕ ਹੀ ਹੋਣਾ ਤੇ ਇਹਨੇ ਸਾਰਿਆਂ ਨੂੰ ਆਪਾਂ ਨੂੰ ਮਾਰ ਮਕਾਉਣਾ ਇੱਕ ਨਹੀਂ। ਜਿਹਦੇ ਹੱਥ ਵਿੱਚ ਸ਼ਾਸਤਰ ਹੋਇਆ ਨਾ, ਤੇ ਇਹਨੇ ਆਪਾਂ ਨੂੰ ਇੱਥੋਂ ਤੱਕ ਸ਼ਾਸਤਰ ਦੇ ਜ਼ੋਰ ਵਿਖਾ ਦੇਣੇ ਨੇ, ਤੇ ਸਾਨੂੰ ਪਤਾ ਤੱਕ ਨਹੀਂ ਲੱਗਣਾ, ਸਾਡੇ ਤਨ ਦੇ ਫੱਟ ਪੈ ਕੇ ਅਸੀਂ ਧਰਤੀ ਤੇ ਡਿੱਗ ਪੈਣਾ, ਮੌਤ ਦੀ ਨੀਂਦੇ ਸੌਂ ਜਾਣਾ ਸੀ। ਇੰਨਾ ਡਰ ਸੀ, ਇੰਨਾ ਖੌਫ ਸੀ ਇਹਨਾਂ ਨੂੰ। ਤੇ ਆਪਸ ਦੇ ਵਿੱਚ ਹੀ ਦੇਖੋ ਜਦੋਂ ਗੜੀ ਦੇ ਵਿੱਚੋਂ ਸਤਿਗੁਰੂ ਜੀ ਨਿਕਲੇ ਨੇ, ਤੇ ਦੇਖੋ ਰਸਤੇ ਨੂੰ ਉਹਦਾ ਕਰਦੇ ਹੋਏ ਮਾਛੀਵਾੜੇ ਦੇ ਜੰਗਲਾਂ ਵਿੱਚ ਆਉਂਦੇ ਨੇ। ਇੱਥੇ ਆ ਕੇ ਦੇਖੋ ਸਤਿਗੁਰੂ ਆਪਣੀ ਸੁਰਤ ਕਾਲ ਪੁਰਖ ਨਾਲ ਜੋੜਦੇ ਤੇ ਸ਼ਬਦ ਉਚਾਰਨ ਕਰਦੇ ਨੇ। ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ, ਤੁਧ ਬਿਨ ਰੋਗ ਰਜ਼ਾਈਆਂ ਦਾ ਓਡਣ, ਨਾਗ ਨਵਾਸਾਂ ਦੇ ਰਹਿਣਾ। ਇਸ ਸ਼ਬਦ ਨੂੰ ਦੇਖੋ ਜੀ ਕਿੰਨਾ ਜੀਵਨ ਵਿੱਚ ਆਪਣੇ ਆਪ ਨੂੰ ਪ੍ਰਫੁੱਲਤ ਕਰਦੇ ਨੇ। ਕਾਲ ਪੁਰਖ ਦੇ ਨਾਲ ਸ਼ੁਕਰਾਨਾ ਕਰਦੇ, ਦਾਤਾ ਤੂੰ ਵਡਿਆਈ ਮਾਣ ਬਖਸ਼ਿਆ ਏ। ਮਹਿਲਾਂ ਵਿੱਚ ਰਹਿੰਦਿਆਂ ਜਿਨ੍ਹਾਂ ਨੂੰ ਰੱਬ ਨਹੀਂ ਚੇਤੇ ਆਉਂਦਾ, ਉਹ ਤੇ ਸੱਪਾਂ ਵਰਗੇ ਨੇ, ਨਾਗਾਂ ਵਰਗੇ ਨੇ। ਐਂ ਰਹਿੰਦਾ ਇਹ ਕਿ ਜਿਵੇਂ ਨਾਗਾਂ ਦੇ ਨਾਲ ਜੀਵਨ ਕੱਟਦੇ ਹੋਣ। ਤੇਰੀ ਕਿਰਪਾ ਹੈ ਸਤਿਗੁਰੂ। ਟਿੰਡ ਦਾ ਸਰਾਣਾ ਲਾ ਕੇ ਵੀ ਸਤਿਗੁਰੂ ਦੇਖੋ ਜੀ ਪਏ ਹੋਏ ਨੇ, ਤਨ ਤੇ ਪਤਲਾ ਜਿਹਾ ਬਸਤਰ ਹੈ,
ਪਤਲਾ ਜਿਹਾ ਚੋਲਾ ਪਾਇਆ ਹੋਇਆ ਹੈ ਤਨ ਦੇ ਉੱਪਰ, ਗੰਢੇ ਦੀ ਛਿੱਲੜ ਵਰਗਾ। ਤੇ ਕੀ ਅੰਦਰ ਦੇਖੋ ਜੀ, ਤਨ ਨੂੰ ਠੰਡ ਨਾ ਲੱਗਦੀ ਹੋਵੇਗੀ, ਕੋਈ ਕੰਬਲ ਨਹੀਂ, ਕੋਈ ਬਿਸਤਰ ਨਹੀਂ, ਸਤਿਗੁਰੂ ਪਿੰਡ ਦਾ ਸਰਾਣਾ ਲਾ ਕੇ ਵਿਸ਼ਰਾਮ ਕਰ ਰਹੇ ਨੇ ਪਾਤਸ਼ਾਹ ਜੀ। ਜਦੋਂ ਜੀਵਨ ਦੇ ਵਿੱਚ ਰੂਹਾਨੀਅਤ ਪੈਦਾ ਹੋਈ ਹੈ, ਸਤਿਗੁਰੂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੇਖੋ ਮਾਛੀਵਾੜੇ ਦੇ ਜੰਗਲਾਂ ਦੇ ਵਿੱਚ ਜੀਵਨ ਕੱਟ ਰਹੇ ਨੇ। ਉਧਰ ਦੇਖੋ ਕਿਤੇ ਤੱਕ ਕਰਕੇ ਮਾਤਾ ਗੁਜਰ ਕੌਰ ਜੀ, ਉਹਨਾਂ ਦੇ ਲਾਲ, ਜਦੋਂ ਥੋੜਾ ਜਿਹਾ ਜੀਵਨ ਇਹਨਾਂ ਦਾ ਅੱਗੇ ਲੈ ਕੇ ਆਪਾਂ ਅਗਲੇ ਦੀਵਾਨ ਵਿੱਚ ਵਾਚਾਂਗੇ ਕਿ ਦੇਖੋ ਜਦੋਂ ਵਿਛੋੜਾ ਪਿਆ ਨਾ ਸਰਸਾ ਨਦੀ ਤੇ, ਕਿਲਾ ਛੱਡਦੇ ਨੇ 6 ਪੋਹ 7 ਨੂੰ ਦੇਖੋ ਜੀ ਸਰਸਾ ਪਾਰ ਕੀਤੀ, 8 ਨੂੰ ਕੁੰਬੇ ਮਾਸ਼ਕੀ ਦੇ ਘਰ ਰਾਤ ਕੱਟਦੇ। ਫਿਰ ਅਗਲੀ ਰਾਤ ਜਿਹੜੀ ਹੈ ਗੰਗੂ ਦੇ ਘਰ ਕੱਟੀ, ਉਸ ਤੋਂ ਅੱਗੇ ਮਰਿੰਡੇ ਦੀ ਧਰਤੀ ਤੇ ਰਹਿੰਦੇ ਨੇ। ਫਿਰ ਦੇਖੋ ਜੀ ਅੱਗੇ ਫਿਰ ਠੰਡੇ ਬੁਰਜ ਦੇ ਵਿੱਚ ਰਾਤਾਂ ਕੱਟੀਆਂ। ਫਿਰ ਹਕੂਮਤ ਐਸੀ ਇੱਥੋਂ ਤੱਕ ਜ਼ੋਰ ਪਾ ਗਈ, ਸ਼ਹਾਦਤ ਦਾ ਜਾਮ ਪੀਤਾ ਗੁਰੂ ਦੇ ਲਾਲਾ ਨੇ। ਆਪਣਾ ਖੂਨ ਦੇਖੋ ਜੀ ਇਸ ਧਰਤੀ ਦੇ ਉੱਪਰ ਡੋਲਤਾ ਦਿੱਤਾ ਹੈ। ਅਸੀਂ ਅੱਜ ਕਹਿੰਦੇ ਕੀ ਆ, ਪੰਜਾਬ ਜਿਉਂਦਾ ਹੈ ਗੁਰਾਂ ਤੇ ਨਾਂ ਤੇ, ਜਿਸ ਕਣ ਕਣ ਵਿੱਚ ਬਾਬੇ ਨਾਨਕ ਦੀ ਬਾਣੀ ਵਸਦੀ ਹੈ। ਅੱਜ ਕੀ ਆਖੀਏ, ਤੁਹਾਡੇ ਤਾਂ ਇੱਥੋਂ ਤੱਕ ਦੇਖੋ ਜੀ ਬਹੁਤ ਇੱਥੇ ਹਲੇ ਗੁਰੂ ਦੀ ਕਿਰਪਾ ਹੈ ਪੰਜਾਬ ਦੀ ਧਰਤੀ ਤੇ। ਇੱਥੋਂ ਤੱਕ ਕਈ ਮਾਵਾਂ ਦੇ ਪੁੱਤਰ ਨਸ਼ਿਆਂ ਦੀ ਆੜ ਦੇ ਵਿੱਚ ਇੱਥੋਂ ਤੱਕ ਮੌਤ ਦੇ ਘਾਟ ਉਤਰ ਗਏ। ਕਿਸੇ ਨੂੰ ਕੁਝ ਇੱਥੋਂ ਤੱਕ ਵਿਚਾਰ ਦੇ ਬਾਰੇ ਨਹੀਂ ਪਤਾ। ਬਹੁਤ ਦੁੱਖ ਹੁੰਦਾ ਹੈ, ਕਈ ਵਾਰ ਕਈ ਨਗਰਾਂ ਦੇ ਵਿੱਚ ਜਾਈਦਾ ਹੈ ਨਾ, ਬਹੁਤ ਦੁੱਖ ਹੁੰਦਾ ਹੈ। ਇੰਨਾ ਅਸੀਂ ਇਤਿਹਾਸ ਦੀਆਂ ਸਤਰਾਂ ਦੇ ਨਾਲੋਂ ਟੁੱਟੇ ਪਏ ਹਾਂ। ਜਿੱਦਣ ਅਸੀਂ ਆਪਣੇ ਹਿਰਦੇ ਵਿੱਚ ਇਹ ਗੱਲ ਚੇਤੇ ਕਰ ਲਵਾਂਗੇ ਨਾ ਕਿ ਬਾਪੂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਤੇਰੇ ਸਾਹਿਬਜ਼ਾਦਿਆਂ ਨੇ ਸ਼ਹਾਦਤ ਦਾ ਜਾਮ ਕਿਵੇਂ ਪੀਤਾ, ਸੱਚਮੁੱਚ ਹਿਰਦੇ ਵਿੱਚੋਂ ਇੱਕ ਪੁਕਾਰ ਨਿਕਲੇ ਕਿ ਦਾਤਾ ਮੌਤ ਆ ਜਾਵੇਗੀ ਪਰ ਅਸੀਂ ਸਿੱਖੀ ਤੋਂ ਦੂਰ ਨਹੀਂ ਹੋਵਾਂਗੇ, ਇੱਥੋਂ ਤੱਕ ਪ੍ਰਾਣ ਨਿਕਲ ਜਾਣਗੇ ਪਰ ਕਦੀ ਅਸੀਂ ਆਪਣੇ ਜੀਵਨ ਵਿੱਚ ਨਿਤਨੇਮ ਦੇ ਤਿਆਗੀ ਨਹੀਂ ਹੋਵਾਂਗੇ। ਇਹ ਗੱਲ ਜ਼ਰੂਰ ਸਾਡੇ ਅੰਦਰੋਂ ਜਿਹੜੀ ਚੇਤੇ ਹੋਵੇਗੀ। ਤੇ ਗੁਰੂ ਦੇ ਚਰਨਾਂ ਵਿੱਚ ਬੈਠੇ ਹਾਂ, ਸਤਿਗੁਰੂ ਦੀ ਬਾਣੀ ਨੂੰ ਚੇਤੇ ਕਰਿਆ ਕਰੀਏ। ਇੱਕ ਪੰਕਤੀ ਨੂੰ ਯਾਦ ਕਰਕੇ ਸਮਾਪਤੀ ਵੱਲ ਆਈਏ। ਹੱਥ ਜੋੜ ਕੇ ਸਤਿਗੁਰੂ ਦੇ ਚਰਨਾਂ ਵਿੱਚ ਬੇਨਤੀ ਕਰੋ, ਵਿਸਰ ਨਾਹੀ ਦਾਤਾਰ, ਵਿਸਰ ਨਾਹੀ ਦਾਤਾਰ, ਆਪਣਾ ਨਾਮ ਦੇਹੋ, ਆਪਣਾ ਨਾਮ ਦੇਹੋ, ਗੁਣ ਗਾਵਾਂ ਦਿਨ ਰਾਤ, ਗੁਣ ਗਾਵਾਂ ਦਿਨ ਰਾਤ, ਨਾਨਕ ਚਾਓ ਇਹੋ, ਨਾਨਕ ਚਾਓ ਇਹੋ, ਵਿਸਰ ਨਾਹੀ ਦਾਤਾਰ, ਵਿਸਰ ਨਾਹੀ ਦਾਤਾਰ, ਆਪਣਾ ਨਾਮ ਦੇਹੋ, ਆਪਣਾ ਨਾਮ ਦੇਹੋ, ਗੁਣ ਗਾਵਾਂ ਦਿਨ ਰਾਤ, ਗੁਣ ਗਾਵਾਂ ਦਿਨ ਰਾਤ, ਨਾਨਕ ਚਾਓ ਇਹੋ, ਨਾਨਕ ਚਾਓ ਇਹੋ, ਗੁਣ ਗਾਵਾਂ ਦਿਨ ਰਾਤ, ਗੁਣ ਗਾਵਾਂ ਦਿਨ ਰਾਤ, ਨਾਨਕ ਚਾਓ ਇਹੋ, ਨਾਨਕ ਚਾਓ ਇਹੋ, ਸਤਿਗੁਰੂ ਦੇ ਚਰਨਾਂ ਵਿੱਚ ਬੈਠੇ ਹਾਂ ਸਾਰਿਆਂ ਨੇ ਇਹ ਆਪਣੇ ਅੰਦਰੋਂ ਪੁਕਾਰ ਕੀਤੀ ਹੈ, ਦਾਤਾ ਕਦੀ ਤੇਰਾ ਨਾਮ ਨਾ ਵਿਸਰੇ, ਆਪਣਾ ਨਾਮ ਦੇ ਨਹੀਂ, ਕਿਰਪਾ ਕਰੀ ਜੀਵਨ ਵਿੱਚ ਆਪਣਾ ਨਾਮ ਬਖਸ਼ਦਾ ਰਵੀਂ। ਤੇ ਅਸੀਂ ਇੱਥੋਂ ਤੱਕ ਜਦੋਂ ਨਾਮ ਜਪਾਂਗੇ ਨਾ, ਸਾਡੇ ਮਨ ਦਾ ਚਾਉ ਇਹੋ ਹੋ ਜਾਣਾ। ਇਹ ਪੁਕਾਰ ਗੁਰੂ ਦੇ ਚਰਨਾਂ 'ਚ ਬਹਿ ਕੇ ਕੀਤੀ ਹੈ। ਜਦੋਂ ਵੀ ਅੰਮ੍ਰਿਤ ਵੇਲਾ ਹੋਵੇ ਨਾ, ਗੱਲ ਚੇਤੇ ਹੋਵੇ ਕਿ ਦਾਤਾ ਤੇਰੇ ਚਰਨਾਂ ਵਿੱਚ ਆ ਪੁਕਾਰ ਕੀਤੀ ਸੀ, ਸ਼ਾਮ ਦੇ ਦੀਵਾਨਾਂ ਵਿੱਚ ਬਹਿ ਕੇ ਕਦੀ ਵਿਚਾਰ ਕਰਕੇ ਮੁੱਕਰ ਨਾ ਜਾਈਏ। ਗੁਰੂ ਦੇ ਕੋਲੋਂ ਇਹ ਵਿਚਾਰ ਕੀਤੀ ਚਰਨਾਂ ਵਿੱਚ ਬਹਿ ਕੇ ਕਦੀ ਮੁੱਕਰਿਓ ਨਾ। ਅੰਮ੍ਰਿਤ ਵੇਲੇ ਉੱਠ ਕੇ ਬਾਣੀ ਦਾ ਜ਼ਰੂਰ ਜਿਹੜਾ ਹੈ ਜਾਪ ਕਰੀਏ। ਅਸੀਂ ਨਿਤਨੇਮ ਦੇ ਨਾਲ ਜੁੜੀਏ, ਸ਼ਾਮ ਨੂੰ ਸੋਦਰ ਬਾਣੀ ਦਾ ਜਾਪ ਕਰੀਏ, ਸੌਣ ਸਮੇਂ ਸੋਹਲਾ ਸਾਹਿਬ ਦਾ ਗੁਣ ਜਿਹੜਾ ਇਹ ਗਾ ਕਰਕੇ
फिर देखो विश्राम करिया करिए। सतगुरु फिर अपनी अपार किरपा बनाई रखन। सो कल दे दीवाना दे विच अगे माता गुजर कौर जी, बाबा जोरावर सिंह जी, बाबा फतेह सिंह जी, देखो जी उन्हां दा जिहड़ा विछोड़ा सरसा तो आरंभ करके जिहड़ा विछोड़ा पिया, इत्थों विचार आरंभांगे अगे अखीर तक छोटे लालां दी शहादत तक कल दे दीवाना दे विच विचार जिहड़ी आप जी दे नाल साझी करांगे। सो सतगुरु किरपा करन, रहमतां जिहड़ियां है सतगुरु आप जी दे परिवारां विच बना करके रखन। इत्थे ही विचार दी समाप्ति है जी। दास दे कोलों सतगुरु गुरु गोबिंद सिंह सच्चे पातशाह जी दे लालां दी जीवन ते विचार करदिआं, सांझ पाउंदिआं, आप जी दे दर्शन दीदने करदिआं होइआं भुल्लां दी खिमा आप संगत धन गुरु ग्रंथ साहिब बख्शण योग ने। छोटा जिहा अनजान अज्ञानी बच्चा समझ के माफ़ करियो। सतगुरु दे चरनां विच शीश झुकाओ, रसना तो करो उचारण, कोई रसना खाली वांझी ना रवे। कोई संगण की लोड़ नहीं, इक्के आवाज़ दे विच सतगुरु के चरणों में ना बुलंद आवाज़ में फतेह की सांझ पाया करिए। पता लगे गुरु गोबिंद सिंह सच्चे पातशाह जी के लालां दे शहीदी समागम में असी सतगुरु के चरणों में हाज़री लगवा रहे हैं। ये साडी आवाज़ जिहड़ी फतेह की है छोटे लालां तक, गुरु के लालां तक जिहड़ी पहुँचे। पता लगे कि सतगुरु के सिख अपने हिरदे विच हाले भी गुरु के प्यार नूं चेते करदे। वाहिगुरू जी का खालसा, वाहिगुरू जी की फतेह।